ਕੁੱਲ ਘਪਲਾ ਜਿਹੜਾ ਹੋਇਆ 34,615 ਕਰੋੜ ਦਾ ਹੋਇਆ। ਸੀਬੀਆਈ ਨੇ ਹੁਣ ਇਸ ਦਾ ਪੱਕੇ ਤੌਰ ਤੇ ਖੁਲਾਸਾ ਕਰ ਦਿੱਤਾ ਹੈ ਕਿ ਹੁਣ ਤੱਕ ਦਾ ਭਾਰਤ ਦਾ ਸਭ ਤੋਂ ਵੱਡਾ ਬੈਂਕ ਘਪਲਾ ਹੋ ਗਿਆ ਹੈ। ਕਿਸੇ ਕੋਲ ਕਿਸੇ ਦੇਸ਼ ਦੇ ਵਿੱਚ ਬੰਗਲਾ ਹੈ ਤੇ ਕਿਸੇ ਨੇ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈ ਲਈ ਹੋਈ ਹੈ। ਲਿਆਉਣਾ ਵੀ ਸੰਭਵ ਨਹੀਂ। ਸਰਕਾਰਾਂ ਵੀ ਵਾਅਦੇ ਕਰਕੇ ਪਿੱਛੇ ਹਟ ਗਈਆਂ ਨੇ। ਜਾਂਚ ਲਾਰੈਂਸ ਬਿਸ਼ਨੋਈ ਤੋਂ ਸ਼ੁਰੂ ਹੁੰਦੀ ਹੈ ਤੇ ਉੱਥੇ ਆ ਕੇ ਰੁਕ ਜਾਂਦੀ। ਜਾਂ ਅਸੀਂ ਸੋਸ਼ਲ ਮੀਡੀਆ ਦੀ ਅਸੀਂ ਗੱਲ ਕਰੀਏ ਤਾਂ ਉੱਥੇ ਗੱਲ ਅਕਸਰ ਸੁਣ ਸਕਦੇ ਹਾਂ ਕਿ ਲਓ ਜੀ ਇਹ ਉੱਭਰਦਾ ਹੋਇਆ ਕਲਾਕਾਰ ਸੀ, ਪੰਜਾਬ ਦੇ ਮੁੱਦੇ ਉਠਾ ਰਿਹਾ ਸੀ ਤੇ ਉਸ ਨੂੰ ਰਸਤੇ ਵਿੱਚੋਂ ਖਤਮ ਕਰ ਦਿੱਤਾ ਗਿਆ। ਪਰ ਕੁਝ ਗੱਲਾਂ ਦਬੀਆਂ ਦੀਆਂ ਦਬੀਆਂ ਰਹਿ ਜਾਂਦੀਆਂ ਨੇ, ਉਹਨਾਂ ਦਾ ਜਵਾਬ ਮਿਲਦਾ ਨਹੀਂ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਮੀਡੀਆ ਸੈੱਲ ਦੇ ਇੱਕ ਵਿਅਕਤੀ ਨੇ ਕਿਹਾ ਕਿ ਅਸੀਂ ਵੀ ਇਸ ਦੇ ਜਵਾਬ ਦੇ ਵਿੱਚ ਇੱਕ ਗਾਣਾ ਬਣਾਵਾਂਗੇ। ਕਲੀਅਰ ਨਹੀਂ ਹੈ ਕਿ ਕਿਹੜੇ ਟੋਪੀ ਵਾਲਿਆਂ ਦੀ ਉਹ ਗੱਲ ਕਰ ਰਿਹਾ ਤੇ ਤਿਪਕਾ ਪਾਣੀ ਦਾ ਕਿਸ ਨੂੰ ਨਹੀਂ ਦੇਣਾ। ਸਿਆਸਤਦਾਨ ਨੂੰ ਤਾਂ ਇੰਨਾ ਕੁ ਜਿਹੜਾ ਉਹ ਐਕਟਿਵ ਹੋਣਾ ਚਾਹੀਦਾ ਕਿ ਉਸ ਕੋਲ ਜਾਣਕਾਰੀ ਹੋਣੀ ਚਾਹੀਦੀ ਕੀ ਹੋ ਰਿਹਾ, ਕਿੱਥੇ ਹੋ ਰਿਹਾ। ਕੱਲ੍ਹ ਨੂੰ ਜੇ ਉਹਨਾਂ ਨੂੰ ਕੋਈ ਪੁੱਛੇ ਕਿ ਕਤਲ ਕੇਸ ਦੀ ਜਾਂਚ ਕਿੱਥੇ ਕੁ ਤੱਕ ਪਹੁੰਚ ਗਈ ਤੇ ਕੀ ਜਵਾਬ ਦੇਣਗੇ ਉਹ, ਮੈਨੂੰ ਨਹੀਂ ਪਤਾ, ਮੈਂ ਨਹੀਂ ਦੇਖੀ। ਤੁਸੀਂ ਦੇਖੋ ਚੋਣਾਂ ਉਹਨਾਂ ਨੇ ਲੜੀਆਂ ਸੀ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾ ਕੇ। ਜੇ ਇੰਨੀ ਸਾਂਝ ਹੈ ਤਾਂ ਮਸਲਾ ਹੱਲ ਕਰਵਾਓ। ਤੁਸੀਂ ਮਨੋਹਰ ਲਾਲ ਖੱਟਰ ਜੀ ਨੂੰ ਮਿਲੋ, ਮੋਦੀ ਨੂੰ ਮਿਲੋ, ਅਮਿਤ ਸ਼ਾਹ ਨੂੰ ਮਿਲੋ। ਗੱਲ ਕਿਹੜੀ ਹੈ? ਤੇ ਹਜ਼ਾਰਾਂ ਬੰਦੇ ਮਾਰੇ ਗਏ ਸੀ ਪੰਜਾਬ ਵਿੱਚ, ਲਾਸ਼ਾਂ ਨਹੀਂ ਸੀ ਲੱਭੀਆਂ, ਪਾਕਿਸਤਾਨ ਰੁੜ ਗਏ, ਸਮੁੰਦਰਾਂ 'ਚ ਪਹੁੰਚ ਗਏ ਹੋਣਗੇ। ਕੀ ਹੋਇਆ ਕਿਸੇ ਨੂੰ ਪਤਾ ਥੋੜ੍ਹਾ ਕੁਛ। ਗੂਗਲ 'ਤੇ ਬਹੁਤੀ ਇਨਫੋਰਮੇਸ਼ਨ ਜਿਹੜੀ ਆ ਉਹ ਕਈ ਵਾਰੀ ਵਨ ਸਾਈਡਡ ਹੋ ਜਾਂਦੀ ਹੈ। ਆਮ ਤੌਰ 'ਤੇ ਜਿਹੜੇ ਐਕਸਪਰਟ ਨੇ ਇਸ ਇਨਫੋਰਮੇਸ਼ਨ ਨੂੰ ਅਨਫਿਲਟਰਡ ਇਨਫੋਰਮੇਸ਼ਨ ਕਹਿੰਦੇ ਨੇ, ਅਣਪੁਣੀ ਹੋਈ। ਅਜੀਤ ਸਿੰਘ ਪੂਲੇ ਨੇ ਕਿਹੜੀਆਂ ਕਾਰਵਾਈਆਂ ਕੀਤੀਆਂ? ਦੱਸਿਆ ਜਾਂਦਾ ਹੈ ਕਿ ਬਲਵਿੰਦਰ ਸਿੰਘ ਜਟਾਣਾ ਦਾ ਸਾਰਾ ਟੱਬਰ ਇਸ ਨੇ ਇੱਕ ਵੱਡੇ ਪੁਲਿਸ ਅਫਸਰ ਦੇ ਕਹਿਣ ਤੇ ਖਤਮ ਕਰ ਦਿੱਤਾ। ਬਾਈ ਨੇਮ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਨੇ ਕਿਸ ਨੇ ਪਰਿਵਾਰਾਂ ਦੇ ਪਰਿਵਾਰ ਖਤਮ ਕਰ ਦਿੱਤੇ, ਰਾਤੋਂ ਰਾਤ ਢਾਹ ਕੇ ਕੋਠੀਆਂ ਪੱਧਰੀਆਂ ਕਰ ਦਿੱਤੀਆਂ, ਪਰਿਵਾਰ ਸਾੜ ਦਿੱਤੇ, ਲੱਭੇ ਤੱਕ ਨਹੀਂ। ਸਿੱਖਿਆ ਦੇ ਮਾਮਲੇ ਵਿੱਚ ਅਸੀਂ ਅਸਲੀ ਨੰਬਰ 1 ਬਣਾਂਗੇ, ਭਗਵੰਤ ਮਾਨ ਨੇ ਕਿਹਾ। ਜਿਹੜਾ ਨੰਬਰ 1 ਤੁਸੀਂ ਲੈ ਕੇ ਬੈਠੇ ਹੋ, ਜਿਹੜੀ ਰੈਂਕਿੰਗ ਆ ਉਹ ਝੂਠੀ ਆ, ਉਹ ਨਕਲੀ ਹੈ, ਫਰਜ਼ੀ ਹੈ। ਸਕੂਲਾਂ ਨੂੰ ਰੰਗ ਕਰਕੇ ਕੋਈ ਜਿਹੜਾ ਨੰਬਰ 1 ਨਹੀਂ ਬਣ ਜਾਂਦਾ। ਉਹਨਾਂ ਨੂੰ ਪੁੱਛੋ ਪ੍ਰਾਈਵੇਟ ਕੋਲੋਂ ਤੇ ਤੁਸੀਂ ਲੈ ਦਿਓਗੇ, ਸਹਿਕਾਰੀ ਮਿਲਾਂ ਜਿਹੜੇ ਪੈਸਾ ਸਰਕਾਰ ਨੇ ਦੇਣਾ ਹੁੰਦਾ ਹੈ ਉਹ 6-6 ਮਹੀਨਿਆਂ ਤੋਂ ਡੱਕ ਕੇ ਬੈਠੇ ਨੇ, ਉੱਥੇ ਕਿਹਦੀ ਧੌਣ ਤੇ ਗੋਡਾ ਰੱਖੋ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਹਰ ਰੋਜ਼ ਦੀ ਤਰ੍ਹਾਂ ਗੱਲ ਕਰਾਂਗੇ ਕੁਝ ਅਹਿਮ ਮੁੱਦਿਆਂ ਤੇ, ਕੁਝ ਖਾਸ ਖਬਰਾਂ ਤੇ ਰੋਜ਼ ਦੀ ਤਰ੍ਹਾਂ ਪ੍ਰੋਗਰਾਮ 'ਚ ਮੇਰਾ ਸਾਥ ਦੇਣਗੇ ਸਾਡੇ ਐਕਸਪਰਟ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ। ਸਤਿ ਸ਼੍ਰੀ ਅਕਾਲ ਸਭਲੀਨ, ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਭਾਰਤ 'ਚ ਰਹਿੰਦੇ ਆ, ਘਪਲੇ ਤੇ ਘੁਟਾਲੇ ਤਾਂ ਰੋਜ਼ ਹੀ ਸੁਣਦੇ ਆ, ਪਰ ਜੇ ਹੁਣ ਤੱਕ ਦੇ ਸਭ ਤੋਂ ਵੱਡੇ ਘੁਟਾਲੇ ਦੀ ਗੱਲ ਕਰਨੀ ਹੋਵੇ ਜਿਹੜਾ ਬੈਂਕ ਨਾਲ ਜੁੜਿਆ ਹੋਵੇ ਤੇ ਉਹ ਕਿਹੜਾ ਆ? ਕੀ ਕਹਾਣੀ ਉਹਦੀ? ਵੈਸੇ ਤਾਂ ਇਸ ਦੀ ਜਾਂਚ ਕਾਫੀ ਦੇਰ ਤੋਂ ਚੱਲ ਰਹੀ ਹੈ। ਹੁਣ ਸੀਬੀਆਈ ਨੇ ਆਖਿਰ ਆ ਕੇ ਉਹਨਾਂ ਨੇ ਇਹਦੀ ਡਿਟੇਲ ਦੇ ਦਿੱਤੀ ਹੈ ਕਿ ਕੀ ਕੁਝ ਹੋਇਆ। ਇੱਕ ਨਾਮ ਹੈ DHFC, HDFC ਬੈਂਕ ਨਾਲ ਇਸ ਦਾ ਕਨਫਿਊਜ਼ਨ ਨਹੀਂ ਕ੍ਰੀਏਟ ਕਰਨਾ। DHFC ਦੀਵਾਨ ਹਾਊਸਿੰਗ ਫਾਈਨਾਂਸ ਕਾਰਪੋਰੇਸ਼ਨ। ਇਹ ਫਾਈਨਾਂਸ ਕਾਰਪੋਰੇਸ਼ਨ ਦੇ ਕਪਿਲ ਵਧਾਵਨ ਤੇ ਧੀਰਜ ਵਧਾਵਨ, ਦੋ ਇਹਨਾਂ ਦੇ ਵੱਡੇ MD ਕਹਿ ਲਓ, CEO ਕਹਿ ਲਓ, ਜੋ ਵੀ ਉਹ ਸਨ, ਕਰਤਾ ਧਰਤਾ ਉਹੀ ਸਨ। ਕਿਸ ਦੀਵਾਨ ਹਾਊਸਿੰਗ ਕਾਰਪੋਰੇਸ਼ਨ ਫਾਈਨਾਂਸ ਨੇ 65 ਹੋਰ ਕੰਪਨੀਆਂ ਨਾਲ ਰਲਾਈਆਂ ਹੋਈਆਂ ਸੀ। ਅੱਛਾ। ਤੇ ਭਾਰਤ ਦੀਆਂ 17 ਪ੍ਰਮੁੱਖ ਬੈਂਕਾਂ ਤੋਂ ਲੋਨ ਵਗੈਰਾ ਲੈ ਕੇ ਲੋਕਾਂ ਨੂੰ ਘਰਾਂ ਵਾਸਤੇ ਤੇ ਹੋਰਨਾਂ ਗੱਲਾਂ ਲਈ ਲੋਨ ਅੱਗੇ ਦਿੰਦੇ ਸੀ। ਉਹ 17 ਬੈਂਕਾਂ ਜਿਹੜੀਆਂ ਸੀ, ਲੰਬੀ ਸੂਚੀ ਹੈ। ਉਹਨਾਂ ਦੇ ਵਿੱਚ ਯੂਨੀਅਨ ਬੈਂਕ ਆਫ ਇੰਡੀਆ, ਬੈਂਕ ਆਫ ਬੜੌਦਾ, ਸੈਂਟਰਲ ਬੈਂਕ, ਬੈਂਕ ਆਫ ਮਹਾਰਾਸ਼ਟਰਾ, IDBI, ਯੂਕੋ, ਪੰਜਾਬ ਐਂਡ ਸਿੰਧ ਬੈਂਕ ਤੇ ਸਟੇਟ ਬੈਂਕ ਤੇ ਹੋਰ ਵੀ ਕਈ ਨੇ। ਇਹਨਾਂ ਨੂੰ ਰਲਾ ਮਿਲਾ ਕੇ ਇਹਨਾਂ ਦੇ ਉੱਪਰੋਂ ਕੋਈ 42-43 ਹਜ਼ਾਰ ਕਰੋੜ ਦਾ ਜਿਹੜਾ ਲੋਨ ਸੀ ਇਹਨਾਂ ਦੇ ਥਰੂ ਲਿਆ ਗਿਆ ਸੀ ਇਸ ਫਾਈਨਾਂਸ ਕਾਰਪੋਰੇਸ਼ਨ ਵੱਲੋਂ। ਤੇ ਅੱਗੇ ਕੁਝ ਹੋਰ ਸਬਸਾਈਡਰੀ ਕੰਪਨੀਆਂ ਰੱਖੀਆਂ ਹੋਈਆਂ ਸੀ ਜਿਨ੍ਹਾਂ ਨੂੰ ਗਾਂਹ ਲੋਨ ਪ੍ਰੋਵਾਈਡ ਕਰ ਦਿੱਤੇ ਜਾਂਦੇ। ਉਹ ਫਿਰ ਲੋਕਾਂ ਨੂੰ ਪ੍ਰੋਵਾਈਡ ਕਰਦੇ ਸੀ ਜਾਂ ਨਹੀਂ ਕਰਦੇ ਸੀ, ਇਸ ਗੱਲ ਦਾ ਨਹੀਂ ਪਤਾ। ਕੁੱਲ ਘਪਲਾ ਜਿਹੜਾ ਹੋਇਆ 34,615 ਕਰੋੜ ਦਾ ਹੋਇਆ। ਇਹ ਦੋਵੇਂ ਹਿਰਾਸਤ ਵਿੱਚ ਨੇ, ਵਧਾਵਨ ਭਰਾ। ਉਹਨਾਂ 'ਤੇ ਇਹ ਦੋਸ਼ ਹੈ ਕਿ ਇਹਨਾਂ ਬੈਂਕਾਂ ਤੋਂ ਉਹਨਾਂ ਨੇ ਲੋਨ ਸਾਈਫਨ ਕਰਕੇ ਆਪਣੀ ਕਾਰਪੋਰੇਸ਼ਨ ਦੇ ਵਿੱਚ ਲਿਆਂਦਾ, ਫਿਰ ਅੱਗੇ ਲੋਕਾਂ ਨੂੰ ਘਰ ਖਰੀਦਣ ਵਾਸਤੇ ਜਾਂ ਹੋਰ
ਲੋਨ ਵਗੈਰਾ ਜਿਹੜੇ ਮੁਹੱਈਆ ਕਰਵਾਉਣੇ ਸੀ ਉਹ ਨਾ ਕਰਵਾ ਕੇ ਉਹਨਾਂ ਨੂੰ ਹੋਰ ਕੰਮਾਂ ਵਿੱਚ ਪਾ ਦਿੱਤਾ। ਵੱਖਰੇ ਤੌਰ ਤੇ ਆਪਣੀਆਂ ਇਨਵੈਸਟਮੈਂਟਾਂ ਕਰ ਦਿੱਤੀਆਂ, ਜਾਂ ਕਿਤੇ ਸਾਂਭ ਲਿਆ, ਜਾਂ ਬਾਹਰ ਭੇਜ ਦਿੱਤਾ, ਜਾਂ ਕੀ ਕਰ ਦਿੱਤਾ। ਖੁਰਦ-ਬੁਰਦ ਹੋ ਗਿਆ ਉਹ ਪੈਸਾ। ਪਹਿਲੇ ਤਾਂ ਇਸ ਦਾ ਕਾਗਜ਼ ਪੱਤਰ ਕੋਈ ਨਹੀਂ ਸੀ ਮਿਲ ਰਿਹਾ। ਛੋਟੀਆਂ-ਮੋਟੀਆਂ ਏਜੰਸੀਆਂ ਨੇ ਜਾਂਚ ਸ਼ੁਰੂ ਕੀਤੀ, ਬੈਂਕਾਂ ਆਪਣੇ ਪੱਧਰ ਤੇ ਕਰਦੀਆਂ ਰਹੀਆਂ। CBI ਨੇ ਹੁਣ ਇਸ ਦਾ ਪੱਕੇ ਤੌਰ ਤੇ ਖੁਲਾਸਾ ਕਰ ਦਿੱਤਾ ਹੈ ਕਿ ਹੁਣ ਤੱਕ ਦਾ ਭਾਰਤ ਦਾ ਸਭ ਤੋਂ ਵੱਡਾ ਬੈਂਕ ਘਪਲਾ ਹੋ ਗਿਆ ਹੈ। 34,600। ਨੀਰਵ ਮੋਦੀ, ਮੇਹੁਲ ਚੌਕਸੀ, ਵਿਜੇ ਮਾਲੀਆ, ਉਹਨਾਂ ਬਾਰੇ ਤਾਂ ਸੁਣਦੇ ਹਾਂ ਕਿ ਉਹਨਾਂ ਨੇ ਇਸ ਤਰ੍ਹਾਂ ਲੋਨ ਵਗੈਰਾ ਤੇ ਹੋਰ ਚੀਜ਼ਾਂ ਤੇ ਡਿਫਾਲਟ ਕਰਕੇ ਭੱਜੇ ਹੋਏ ਨੇ, ਤੇ ਭਾਰਤ ਸਰਕਾਰ ਅੱਡੀ ਚੋਟੀ ਦਾ ਉਹਨਾਂ ਨੂੰ ਜ਼ੋਰ ਲਾ ਰਹੀ ਹੈ ਲਿਆਉਣ ਵਾਸਤੇ। ਕਿਸੇ ਕੋਲ ਕਿਸੇ ਦੇਸ਼ ਦੇ ਵਿੱਚ ਬੰਗਲਾ ਹੈ ਤੇ ਕਿਸੇ ਨੇ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈ ਲਈ ਹੋਈ ਹੈ। ਲਿਆਉਣਾ ਵੀ ਸੰਭਵ ਨਹੀਂ। ਸਰਕਾਰਾਂ ਵੀ ਵਾਅਦੇ ਕਰਕੇ ਪਿੱਛੇ ਹਟ ਗਈਆਂ ਨੇ। ਪਰ ਇਹ ਪੈਸਾ ਦੇਸ਼ ਦਾ, ਇਹਨਾਂ ਬੈਂਕਾਂ ਦਾ। ਜਿਹੜੀਆਂ ਬੈਂਕਾਂ ਦੇ ਮੈਂ ਨਾਮ ਲਏ ਨੇ, ਸਰਕਾਰੀ ਬੈਂਕਾਂ ਨੇ। ਇਹਨਾਂ ਸਰਕਾਰੀ ਬੈਂਕਾਂ ਵਿੱਚੋਂ ਥੋੜ੍ਹੀਆਂ ਦੇ ਹਾਲਾਤ ਕੁਝ ਚੰਗੇ ਨੇ ਤੇ ਬਾਕੀਆਂ ਦੇ ਬਹੁਤ ਮੰਦੇ ਨੇ। ਇਹਨਾਂ ਨੂੰ ਅਕਸਰ ਹੀ ਆਪਸ ਵਿੱਚ ਮਰਜ ਵਗੈਰਾ ਕਰਨ ਦੀ ਗੱਲ ਕੀਤੀ ਜਾਂਦੀ ਹੈ, ਤੇ ਆਹ ਬੈਂਕ ਨੇ ਦੂਸਰੀ ਨੂੰ ਖਰੀਦ ਲੈਣਾ, ਦੋ ਦੀ ਇੱਕ ਬਣ ਜਾਣੀ। ਪੰਜਾਬ ਐਂਡ ਸਿੰਧ ਬੈਂਕ ਦੀ ਅਸੀਂ ਗੱਲ ਕਰੀਏ, ਇਸ ਦਾ ਨਾਮ ਆ ਚੁੱਕਾ ਹੈ। ਪੰਜਾਬ ਐਂਡ ਸਿੰਧ ਬੈਂਕ ਜਿਹੜੀ ਹੈ, ਭਾਈ ਇੰਦਰਜੀਤ ਸਿੰਘ ਨੇ ਸ਼ੁਰੂ ਕੀਤੀ ਸੀ ਕਿਸੇ ਸਮੇਂ ਤੇ ਜੀ, ਔਰ ਅੱਜ ਵੀ ਉਹਨਾਂ ਦੇ ਵਿੱਚ ਜੋ ਪਿਛਲੇ ਦਿਨਾਂ ਵਿੱਚ ਰੌਲਾ ਪਿਆ ਸੀ ਕਿ ਨੌਨ ਸਿੱਖ ਨੂੰ ਜਿਹੜਾ ਹੈ ਉਸ ਦਾ CEO ਜਾਂ ਹੈੱਡ ਲਾ ਦਿੱਤਾ ਗਿਆ, ਪਹਿਲੀ ਵਾਰੀ ਹੋਇਆ। ਭਾਈ ਇੰਦਰਜੀਤ ਸਿੰਘ ਨੇ ਉਦੋਂ ਸ਼ਰਤਾਂ ਰੱਖੀਆਂ ਹੋਈਆਂ ਸੀ ਜਦੋਂ ਪ੍ਰਾਈਵੇਟ ਬੈਂਕ ਉਹਨਾਂ ਨੇ ਸ਼ੁਰੂ ਕੀਤੀ ਸੀ ਇਹ, ਕਿ ਇਸ ਤਰ੍ਹਾਂ ਦੇ ਇਸ ਵਿੱਚ ਮੁਲਾਜ਼ਮ ਹੋਣਗੇ ਇਸ ਬੈਂਕ ਵਿੱਚ, ਔਰ ਹਰ ਚੈੱਕ ਦੇ ਉੱਪਰ ਅੱਜ ਵੀ ਤੇ ATM ਦੇ ਉੱਪਰ ਵੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਲਿਖਿਆ ਹੁੰਦਾ ਹੈ ਜੀ। ਚਲੋ ਠੀਕ ਆ, ਆਪਣੀ ਭਾਵਨਾ ਨਾਲ ਸ਼ੁਰੂ ਕੀਤੀ ਸੀ। ਬਾਅਦ 'ਚ ਉਹਨਾਂ ਨੇ ਬੈਂਕ ਆਫ ਪੰਜਾਬ ਵੀ ਸ਼ੁਰੂ ਕੀਤੀ ਸੀ ਜੋ ਵਿਕ ਗਈ। ਪੰਜਾਬ ਐਂਡ ਸਿੰਧ ਬੈਂਕ ਨੂੰ ਰਲਾ ਲਿਆ ਗਿਆ ਸੀ ਕੇਂਦਰ ਸਰਕਾਰ ਨੇ। ਇਕੱਲੀ ਪੰਜਾਬ ਐਂਡ ਸਿੰਧ ਬੈਂਕ ਨੇ ਨੈਸ਼ਨਲਾਈਜ਼ ਕਰ ਦਿੱਤੀਆਂ ਸਾਰੀਆਂ ਬੈਂਕਾਂ, ਤੇ ਜਿੰਨੀਆਂ ਪ੍ਰਾਈਵੇਟ ਬੈਂਕਾਂ ਸੀ ਸਾਰੀਆਂ ਨੂੰ ਖਤਮ ਕਰਕੇ ਸਰਕਾਰੀ ਅਦਾਰਿਆਂ ਵਿੱਚ ਤਬਦੀਲ ਕਰ ਦਿੱਤਾ ਗਿਆ ਜੀ। ਹੁਣ ਇਸ ਦਾ ਵਿਰੋਧ ਕਹਿ ਲਓ ਜਾਂ ਕੁਛ ਕਹਿ ਲਓ, ਪਰ ਉਹ ਮੁਲਾਜ਼ਮ ਸਾਰੇ ਸਰਕਾਰੀ ਹੋ ਗਏ। ਸਭ ਕੁਛ ਲੋਕਾਂ ਨੂੰ ਫੈਸਿਲਿਟੀਆਂ ਮਿਲੀਆਂ। ਸਰਕਾਰਾਂ ਤਾਕਤਵਰ ਸਨ, ਸਰਕਾਰਾਂ ਕੰਟਰੋਲ ਰੱਖਦੀਆਂ। ਸਰਕਾਰਾਂ ਦੱਸਦੀਆਂ ਸਨ ਕਿ ਸਾਡੇ ਕੋਲ ਕੁਝ ਹੈ ਤੇ ਅਸੀਂ ਆਹ ਅਦਾਰੇ ਚਲਾ ਵੀ ਸਕਦੇ ਹਾਂ, ਸਾਡੇ ਕੋਲ ਤਾਕਤ ਹੈ। ਕੰਪਿਊਟਰ ਦਾ ਯੁੱਗ ਵੀ ਨਹੀਂ ਸੀ। ਆਮ ਰਜਿਸਟਰਾਂ ਦੇ ਸਹਾਰੇ ਤੇ ਵੱਡੇ ਲੈਜਰ ਤੇ ਹੋਰ ਹਿਸਾਬ ਕਿਤਾਬ ਰੱਖ ਕੇ ਬੜਾ ਸੋਹਣਾ ਕੰਮ ਚੱਲਦਾ ਸੀ। ਇਸ ਤਰ੍ਹਾਂ ਤੇ ਕਦੀ ਨਹੀਂ ਸੀ ਸੁਣਦੇ ਕਿ ਇੰਨੇ ਵੱਡੇ ਹਜ਼ਾਰਾਂ ਕਰੋੜਾਂ ਦੇ ਕੱਪੜੇ ਹੋ ਗਏ ਨੇ। ਇਹ ਕੀ ਹੋਣ ਲੱਗ ਪਿਆ ਇਹਨਾਂ ਬੈਂਕਾਂ ਤੇ? ਕਿੰਨੀ ਵਾਰੀ ਪੰਜਾਬ ਨੈਸ਼ਨਲ ਬੈਂਕ ਨੂੰ ਕਿੰਨਾ ਵੱਡਾ ਚੂਨਾ ਲਾਇਆ ਹੋਇਆ ਨੀਰਵ ਮੋਦੀ ਤੇ ਮੇਹੁਲ ਚੌਕਸੀ ਨੇ। ਇਹ ਕੰਮ ਕਦੀ ਮੁੱਕੇਗਾ ਹੀ ਨਹੀਂ। ਆਮ ਲੋਕਾਂ ਦੇ 2-2 ਹਜ਼ਾਰ ਦੇ ਕਰਜ਼ੇ ਬਦਲੇ ਗਰੀਬਾਂ ਨੂੰ ਬੈਂਕਾਂ ਇਹ ਪਿੱਛਾ ਨਹੀਂ ਛੱਡਦੀਆਂ, ਤੇ ਇਹ 34,000 ਕਰੋੜ ਦੇਸ਼ ਦੀ ਆਰਥਿਕਤਾ ਦਾ। ਅਸੀਂ ਪੰਜਾਬ ਦੇ ਕਰਜ਼ੇ ਨੂੰ ਰੋਂਦੇ ਹਾਂ, ਹੋਰਨਾਂ ਸੂਬਿਆਂ ਦੀ ਭੁੱਖਮਰੀ ਨੂੰ ਰੋਂਦੇ ਹਾਂ। ਇਹ ਕੀ ਹੋ ਰਿਹਾ? ਸੋ ਇਹ ਅਜੇ ਤੱਕ ਇਹਨਾਂ ਦੇ ਉੱਪਰ ਜਿਹੜੇ ਕੇਸ ਵਗੈਰਾ ਚੱਲ ਰਹੇ ਨੇ, ਅਜੇ ਕੁਝ ਸਾਹਮਣੇ ਨਹੀਂ ਆਇਆ, ਪਰ ਇਹ ਬਹੁਤ ਵੱਡਾ ਬੈਂਕਿੰਗ ਦਾ ਜਿਹੜਾ ਫਰਾਡ ਹੈ ਇਹ ਨਿਕਲ ਕੇ ਸਾਹਮਣੇ ਆਇਆ। ਬਦਕਿਸਮਤੀ ਹੈ ਕਿ ਸਰਕਾਰੀ ਦਾਅਵੇ ਜਿਹੜੇ ਨੇ, ਉਹ ਇਲੈਕਸ਼ਨ ਪ੍ਰੋਮਿਸਿਸ ਜਿਹੜੇ ਪਹਿਲੇ ਕੀਤੇ ਗਏ ਸੀ 2014 ਦੇ ਵਿੱਚ, ਉਹ ਹੋਰ ਸੀ ਤੇ 19 ਦੇ ਵਿੱਚ ਉਹ ਕਰਨ ਦੀ ਲੋੜ ਵੀ ਨਹੀਂ ਪਈ। ਮੁੱਦੇ ਹੋਰ ਦੇ ਹੋਰ ਬਣ ਗਏ ਨੇ। ਇੱਥੇ ਮੰਦਰਾਂ ਮਸਜਿਦਾਂ ਦਾ ਰੌਲਾ ਪੈ ਗਿਆ, ਧਰਮ ਦੇ ਨਾਂ 'ਤੇ ਲੋਕਾਂ ਨੂੰ ਵੱਖਰੇ ਕਰ ਦਿੱਤਾ ਗਿਆ, ਤੇ ਇਹ ਇਹਨਾਂ ਵੱਲ ਧਿਆਨ ਕੌਣ ਦੇਵੇਗਾ? ਸਾਡੇ ਦੇਸ਼ ਦਾ ਸਰਮਾਇਆ ਲੁੱਟਿਆ ਜਾ ਰਿਹਾ। ਸਾਡੇ ਦੇਸ਼ ਦਾ ਨੌਜਵਾਨ ਅੱਜ ਆਵਾਜ਼ਾਰ ਹੈ, ਬਾਹਰ ਜਾਣ ਲਈ ਮਜਬੂਰ ਹੈ। ਪਰ ਇਸ ਤਰ੍ਹਾਂ ਇੰਨਾ ਵੱਡਾ ਪੈਸਾ ਕੀ CBI ਉਹ ਰਿਕਵਰ ਕਰ ਸਕੇਗੀ? ਇੱਕ ਦੋ ਬੰਦਿਆਂ ਨੂੰ ਸਲਾਖਾਂ ਪਿੱਛੇ ਦੇਣ ਨਾਲ ਕੀ ਹੋਵੇਗਾ? ਇਹ ਜਿੰਨੇ ਜ਼ਿਆਦਾ ਇਸ ਤਰ੍ਹਾਂ ਦੇ ਘਪਲੇ ਹੁੰਦੇ ਨੇ, ਉਸ ਦਾ ਅਸਰ ਇੱਕ ਆਮ ਵਿਅਕਤੀ ਤੇ ਇੱਕ ਹੋਰ ਬੜੇ ਪੁੱਠੇ ਤਰੀਕੇ ਨਾਲ ਪੈਂਦਾ ਹੈ। ਉਹ ਇਸ ਤਰ੍ਹਾਂ ਫਰਾਡ ਤੇ ਵੱਡੇ ਕਰ ਜਾਂਦੇ ਨੇ ਜੀ। ਤੇ ਜਦੋਂ ਆਮ ਵਿਅਕਤੀ ਕਿਸੇ ਆਪਣੇ ਕਰਜ਼ੇ ਸੰਬੰਧੀ ਜਾਂ ਹੋਰ ਡੀਲ ਸੰਬੰਧੀ ਬੈਂਕ ਦੇ ਕੋਲ ਜਾਂਦਾ ਹੈ, ਤੇ ਉੱਥੇ ਜਾਂਦਿਆਂ ਨੂੰ ਉਹ ਉਸ ਨੂੰ ਇੰਨੀਆਂ ਮੁਸ਼ਕਲਾਂ ਦਾ ਤੇ ਇੰਨੇ ਆਬਸਟੇਕਲਸ ਦਾ, ਹਰਡਲਸ ਦਾ, ਔਕੜਾਂ ਦਾ ਸਾਹਮਣਾ ਕਰਨਾ ਪੈਂਦਾ, ਕਿਉਂਕਿ ਚੈੱਕ ਬਣਾ ਦਿੱਤੇ ਜਾਂਦੇ ਨੇ ਕਿ ਆਹ ਚੀਜ਼ ਲਈ ਆਹ ਵੈਰੀਫਾਈ ਕਰੋ, ਆਹ ਕਰੋ, ਆਹ ਕਰੋ। ਇਹ ਵੱਡੇ ਲੋਕ ਫਸਦੇ ਨਹੀਂ, ਕੋਈ ਫਸ ਜਾਂਦਾ। ਪਰ ਇਹ ਦੇਖ ਲਓ ਸਾਹਮਣੇ ਆ ਤੁਹਾਡੇ ਕਿ ਇੰਨੀਆਂ ਵੱਡੀਆਂ ਸੁਸਾਇਟੀਆਂ ਬਣਾ ਕੇ ਔਰ ਇੰਨੇ ਵੱਡੇ ਨਾਮ, ਸਪਾਂਸਰ, ਹੋਰ ਸਾਰਾ ਕੁਛ ਬੱਲੇ ਵੀ ਹੋ ਜਾਂਦੀ ਹੈ, ਤੇ ਇਹਨਾਂ ਵਿੱਚੋਂ ਫਰਾਡ ਨਿਕਲਦਾ। ਅਗਲੇ ਮੁੱਦੇ ਵੱਲ ਰੁਖ ਕਰਦੇ ਹਾਂ। ਮੂਸੇਵਾਲਾ ਕਤਲकांड ਦੀ ਗੱਲ ਕਰਦੇ ਹਾਂ। ਲਗਭਗ 1 ਮਹੀਨਾ ਹੋ ਚੱਲਿਆ ਇਸ ਕਤਲकांड ਨੂੰ, ਜਾਂਚ ਚੱਲ ਰਹੀ ਹੈ, ਕਈ ਗ੍ਰਿਫਤਾਰੀਆਂ ਹੋਈਆਂ, ਕਈਆਂ ਨੂੰ ਪੁੱਛਗਿੱਛ ਕਰਕੇ ਛੱਡਤਾ। ਲਾਰੈਂਸ ਦਾ ਨਾਮ ਬੱਚੇ ਦੀ ਜ਼ੁਬਾਨ ਤੇ ਚੜ੍ਹ ਗਿਆ।
ਕੀ ਇਹ ਜਾਂਚ ਲਾਰੈਂਸ ਬਿਸ਼ਨੋਈ ਤੇ ਆ ਕੇ ਰੁਕ ਗਈ ਹੈ? ਜੇ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਮੰਨੀਏ ਤੇ ਲੱਗਦਾ ਇਸੇ ਤਰ੍ਹਾਂ ਹੀ ਆ। ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਇਸ ਵਿੱਚ ਕੋਈ ਰਾਜਨੀਤਿਕ ਐਂਗਲ ਜਾਂ ਕੋਈ ਕੌਨਸਪੀਰੇਸੀ ਵੀ ਨਜ਼ਰ ਆ ਰਹੀ ਹੈ, ਕੋਈ ਹੋਰ ਸਾਜ਼ਿਸ਼ ਵੀ ਹੈ, ਤਾਂ ਉਹਨਾਂ ਨੇ ਕਿਹਾ ਕਿ ਜਾਂਚ ਲਾਰੈਂਸ ਬਿਸ਼ਨੋਈ ਤੋਂ ਸ਼ੁਰੂ ਹੁੰਦੀ ਹੈ ਤੇ ਉੱਥੇ ਆ ਕੇ ਰੁਕ ਜਾਂਦੀ ਹੈ। ਪਰ ਇੱਕ ਦੋ ਗੱਲਾਂ ਜਿਹੜੀਆਂ ਨੇ ਉਹ ਕੁਝ ਹੋਰ ਇਸ਼ਾਰੇ ਕਰਦੀਆਂ ਨੇ। ਕਹਿੰਦੇ ਨੇ ਕਿ ਲਾਰੈਂਸ ਨੇ ਆਪਣੇ ਦੋ ਬਹੁਤੇ ਜਿਹੜੇ ਕਰੀਬੀ ਸੀ, ਜੋ ਕਾਂਡ ਦੇ ਵਿੱਚ ਸਿੱਧੇ ਤੌਰ ਤੇ ਸ਼ਾਮਲ ਸੀ, ਮੌਕਾ ਵਾਰਦਾਤ ਤੇ ਸਨ, ਉਹਨਾਂ ਨੂੰ ਬਚਾਉਣ ਲਈ, ਉਹਨਾਂ ਨੂੰ ਵਿਦੇਸ਼ਾਂ ਵਿੱਚ ਭਜਾਉਣ ਲਈ ਕੁਝ ਹੋਰ ਵਿਅਕਤੀਆਂ ਤੋਂ ਝੂਠ ਬੁਲਵਾਇਆ ਕਿ ਅਸੀਂ ਇਹ ਕੰਮ ਕੀਤਾ ਸੀ, ਤਾਂ ਕਿ ਉਹਨਾਂ ਵੱਲ ਧਿਆਨ ਨਾ ਜਾਵੇ ਤੇ ਹੋਰ ਪਾਸਿਓਂ ਬੰਦੇ ਪੂਰੇ ਕਰ ਦਿੱਤੇ ਗਏ ਕਿ ਗੋਲੀਆਂ ਚਲਾਉਣ ਵਾਲੇ ਇੰਨੇ ਕੁ ਸੀ। ਉਹਨਾਂ ਨੂੰ ਸਮਾਂ ਮਿਲ ਗਿਆ ਤੇ ਉਹ ਭੱਜ ਗਏ। ਸਚਿਨ ਬਿਸ਼ਨੋਈ ਤੇ ਅਨਮੋਲ ਦੀ ਗੱਲ ਹੈ। ਪੁਲਿਸ ਇਹ ਕਹਿ ਰਹੀ ਹੈ ਕਿ ਹੁਣ ਤੱਕ 32 ਵਿਅਕਤੀ ਜਿਹੜੇ ਨੇ ਗ੍ਰਿਫਤਾਰ ਕੀਤੇ ਗਏ ਨੇ। ਇਸ ਕਤਲकांड ਦੇ ਨਾਲ ਜੁੜੇ ਹੋਏ 13 ਸਿੱਧੇ ਤੌਰ ਤੇ ਜੁੜੇ ਹੋਏ ਲੋਕ ਨੇ, ਜਿਹੜੇ ਬਿਲਕੁਲ ਸ਼ਾਮਲ ਨੇ ਸਾਜ਼ਿਸ਼ ਦੇ ਵਿੱਚ ਵੀ ਤੇ ਵਾਰਦਾਤ ਨੂੰ ਅੰਜਾਮ ਦੇਣ ਦੇ ਵਿੱਚ ਵੀ, ਤੇ ਉਹ ਹਰ ਤਰ੍ਹਾਂ ਹੀ ਜੁੜੇ ਹੋਏ ਨੇ। ਤੇ 19 ਵਿਅਕਤੀ ਉਹ ਨੇ ਜੋ ਅਸਿੱਧੇ ਤਰੀਕੇ, ਭਾਵ ਇਨਡਾਇਰੈਕਟ ਤਰੀਕੇ ਨਾਲ ਜੁੜੇ ਹੋਏ ਨੇ। ਉਹ ਸਿੱਧੇ ਤਰੀਕੇ ਨਾਲ ਕਿਹੜੇ ਨੇ? ਕੀ ਉਹਨਾਂ ਨੇ ਸਮਾਨ ਮੁਹੱਈਆ ਕਰਵਾਇਆ ਸੀ, ਜਾਂ ਉਹਨਾਂ ਕੋਲੋਂ ਕੋਈ ਇਸ ਤਰ੍ਹਾਂ ਦਾ ਕੰਮ ਕਰਵਾ ਲਿਆ ਗਿਆ ਜਿਸ ਦਾ ਉਹਨਾਂ ਨੂੰ ਪਤਾ ਨਹੀਂ ਸੀ ਕਿ ਆਹ ਕੰਮ ਹੋਣ ਵਾਲਾ ਹੈ, ਤੇ ਉਹਨਾਂ ਤੋਂ ਜਾਣਕਾਰੀ ਲੈ ਲਈ ਗਈ, ਇਨਫੋਰਮੇਸ਼ਨ ਲੈ ਲਈ ਗਈ। ਪੁਲਿਸ ਇਹਦੇ ਬਾਰੇ ਨਹੀਂ ਇਨਫੋਰਮੇਸ਼ਨ ਦੇ ਰਹੀ। ਪਰ ਇਹ ਗੱਲ ਠੀਕ ਹੈ, ਲਾਰੈਂਸ ਬਿਸ਼ਨੋਈ ਤੇ ਗੱਲ ਸ਼ੁਰੂ ਹੋਈ ਹੈ ਤੇ ਉਸੇ ਦੁਆਲੇ ਘੁੰਮ ਰਹੀ ਹੈ ਅਜੇ ਤੱਕ। ਇਸ ਤੋਂ ਗਾਂਹ ਨਹੀਂ ਵਧਿਆ ਜਾ ਰਿਹਾ, ਜੋ ਇੱਕ ਵੱਡੀ ਕੌਨਸਪੀਰੇਸੀ ਦੀ ਗੱਲ ਹੈ। ਕੀ ਕੋਈ ਰਾਜਨੀਤਿਕ ਐਂਗਲ ਵੇਖਿਆ ਜਾ ਰਿਹਾ? ਜਿਵੇਂ ਕਿ ਸਾਡੇ ਅਕਸਰ ਬਹੁਤ ਸਾਰੇ ਲੋਕ ਕਹਿ ਦਿੰਦੇ ਨੇ, ਜਾਂ ਅਸੀਂ ਸੋਸ਼ਲ ਮੀਡੀਆ ਦੀ ਅਸੀਂ ਗੱਲ ਕਰੀਏ ਤਾਂ ਉੱਥੇ ਗੱਲ ਅਕਸਰ ਸੁਣ ਸਕਦੇ ਹਾਂ ਕਿ ਲਓ ਜੀ, ਇਹ ਉੱਭਰਦਾ ਹੋਇਆ ਕਲਾਕਾਰ ਸੀ, ਪੰਜਾਬ ਦੇ ਮੁੱਦੇ ਉਠਾ ਰਿਹਾ ਸੀ ਤੇ ਉਸ ਨੂੰ ਰਸਤੇ ਵਿੱਚੋਂ ਖਤਮ ਕਰ ਦਿੱਤਾ ਗਿਆ। ਪਰ ਕੁਝ ਗੱਲਾਂ ਦਬੀਆਂ ਦੀਆਂ ਦਬੀਆਂ ਰਹਿ ਜਾਂਦੀਆਂ ਨੇ, ਉਹਨਾਂ ਦਾ ਜਵਾਬ ਮਿਲਦਾ ਨਹੀਂ। ਸਮੇਂ ਨੇ ਇਹ ਜਵਾਬ ਦੇਣਾ ਕਿ ਨਹੀਂ ਦੇਣਾ, ਇਸ ਗੱਲ ਦਾ ਵੀ ਨਹੀਂ ਪਤਾ। ਪਰ ਪੁਲਿਸ ਇਸ ਵੇਲੇ ਇੱਕ ਰੋਡ ਬਲੌਕ ਤੇ ਹੈ ਜਾਂਚ ਇਸ ਦੀ। ਲਾਰੈਂਸ ਬਿਸ਼ਨੋਈ ਇਹਨਾਂ ਦੇ ਕਬਜ਼ੇ ਵਿੱਚ ਦਾ। ਪਹਿਲਾਂ ਲੱਗਦਾ ਸੀ ਕਿ ਉਹ ਸ਼ਾਇਦ ਉਸ ਦੀ ਕਸਟਡੀ ਨਾ ਮਿਲੇ, ਪਰ ਉਹ ਕਬਜ਼ੇ ਵਿੱਚ ਹੈ ਤੇ ਰਿਮਾਂਡ ਵੀ ਅੱਗੇ ਵੱਧਦਾ ਜਾ ਰਿਹਾ। ਵਕੀਲ ਨੇ ਕਿਹਾ ਸੀ ਕਿ 3rd ਡਿਗਰੀ ਇਸਤੇਮਾਲ ਕਰਕੇ ਉਸ ਕੋਲੋਂ ਕੁਝ ਉਗਲਾਉਣ ਦਾ ਯਤਨ ਕੀਤਾ ਜਾ ਰਿਹਾ। ਪਰ ਜਿਹੜੀਆਂ ਘੜੀਆਂ ਜੋੜੀਆਂ ਨੇ ਪੁਲਿਸ ਨੇ ਹੁਣ ਤੱਕ, ਉਹ ਕੀ ਕਹਿੰਦੀਆਂ ਨੇ? ਕੀ ਉਹ ਵਾਕਿਆ ਜੁੜਦੀਆਂ ਨੇ? ਵਿਦੇਸ਼ਾਂ ਵਿੱਚ ਬੈਠੇ ਹੋਏ ਨਾਮੀ ਗੈਂਗਸਟਰ ਜਿਹੜੇ ਇਸ ਕੇਸ ਨਾਲ ਜੁੜੇ ਹੋਏ ਨੇ, ਕੀ ਉਹਨਾਂ ਨੂੰ ਲਿਆਉਣ ਵਿੱਚ ਪੁਲਿਸ ਕਾਮਯਾਬ ਹੋਵੇਗੀ? ਇਹ ਲੰਬਾ ਪ੍ਰੋਸੈਸ ਹੈ। ਪਰ ਜੇ ਕੋਈ ਸਿੱਧੇ ਲਫ਼ਜ਼ਾਂ ਦੇ ਵਿੱਚ ਅੱਜ ਕੋਈ ਸਵਾਲ ਪੁੱਛਣਾ ਚਾਹਵੇ ਸਰਕਾਰ ਤੋਂ ਜਾਂ ਕਿਸੇ ਲਾ ਇਨਫੋਰਸਮੈਂਟ ਏਜੰਸੀ ਤੋਂ ਕਿ ਸਿੱਧੂ ਮੂਸੇਵਾਲੇ ਦੇ ਕਾਤਲ ਫੜੇ ਗਏ ਕਿ ਨਹੀਂ, ਉਹਦਾ ਜਵਾਬ ਇਹੋ ਹੀ ਹੈ ਕਿ ਮੁੱਖ ਸਾਜ਼ਿਸ਼ ਕਰਤਾ ਲਾਰੈਂਸ ਬਿਸ਼ਨੋਈ, ਉਸ ਦੇ ਨਾਲ ਜੁੜੇ ਹੋਏ ਕੈਨੇਡਾ ਬੈਠਾ ਹੋਇਆ ਜਿਹੜਾ ਗੋਲਡੀ ਬਰਾੜ ਹੈ, ਤੇ ਨਾਲ ਜੁੜੇ ਹੋਏ ਹੋਰ ਲੋਕ ਜਿਹੜੇ ਜਿੰਨੇ ਹੁਣ ਫੜੇ ਗਏ ਨੇ, ਸਾਰੇ ਇਨਵੋਲਵ ਨੇ। ਇਹਨਾਂ ਲੋਕਾਂ ਦੇ ਜ਼ਰੀਏ ਸਾਰਾ ਕੁਝ ਹੋਇਆ। ਪਤਾ ਸਾਨੂੰ ਸਾਰੀ ਕਹਾਣੀ ਦਾ ਲੱਗ ਚੁੱਕਾ ਹੈ। ਕੋਈ ਫਰਾਰ ਹੈ ਤੇ ਕੋਈ ਫੜਿਆ ਗਿਆ, ਫਰਕ ਇੰਨਾ ਹੀ ਹੈ ਜੀ। ਮੁੱਦਿਆਂ ਤੇ ਚਰਚਾ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਹੋ ਚੁੱਕਾ ਹੈ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ ਗੱਲ ਕਰ ਰਹੇ ਸਿੱਧੂ ਮੂਸੇਵਾਲਾ ਦੀ। ਮਰਹੂਮ ਗਾਇਕ ਦੇ ਜਾਣ ਤੋਂ ਬਾਅਦ ਉਹਦਾ ਗਾਣਾ ਆਇਆ SYL, ਬਹੁਤ ਚਰਚਾ 'ਚ ਰਿਹਾ, ਬਹੁਤ ਸਾਰੇ ਵਿਊਜ਼ ਇੰਨੇ ਬਟੋਰੇ। ਕੀ ਤੁਹਾਨੂੰ ਲੱਗਦਾ ਹੈ ਵੀ SYL ਨਹਿਰ ਦਾ ਮੁੱਦਾ ਜਿਹੜਾ ਆ ਉਹ ਫਿਰ ਉਭਰੂਗਾ ਇਸ ਗਾਣੇ ਤੋਂ ਬਾਅਦ? ਜ਼ਿਆਦਾ ਕਰਕੇ ਇਸ ਗਾਣੇ ਦੀ ਸਪੋਰਟ ਹੋਈ ਹੈ, ਮਦਦ ਹੋਈ ਹੈ, ਪੰਜਾਬ ਵਿੱਚੋਂ ਵੀ ਤੇ ਪੰਜਾਬ ਤੋਂ ਬਾਹਰੋਂ ਵੀ। ਓਲੰਪੀਅਨ ਵਿਜੇਂਦਰ ਸਿੰਘ ਨੇ ਜਿਸ ਤਰ੍ਹਾਂ ਸਪੋਰਟ ਕੀਤੀ ਹੈ, ਤੇ ਇੱਕ ਵੱਡੇ ਪੰਜਾਬ ਦੀ ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਦੀ ਗੱਲ ਕੀਤੀ ਹੈ, ਤੇ ਓਵਰਆਲ ਇੱਕ ਖਿੱਤੇ ਦੀ ਗੱਲ ਜਿਹੜੀ ਨੂੰ ਉਹਨਾਂ ਨੇ ਲੈ ਕੇ ਉਹ ਆਏ ਨੇ। ਪੱਗ ਦੀ ਗੱਲ ਵੀ ਹੈ, ਉਹ ਸਾਰੀ ਦਾ ਇੱਕ ਆਪਣੇ ਤੌਰ ਤੇ ਅਰਥ ਵਿਜੇਂਦਰ ਸਿੰਘ ਨੇ ਕੱਢਿਆ। ਪਰ ਕੁਝ ਲੋਕਾਂ ਵੱਲੋਂ ਥੋੜ੍ਹੀ ਬਹੁਤੀ ਹਰਿਆਣੇ ਦੇ ਵਿੱਚ ਵਿਰੋਧਤਾ ਵੀ ਜਤਾਈ ਜਾ ਰਹੀ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਮੀਡੀਆ ਸੈੱਲ ਦੇ ਇੱਕ ਵਿਅਕਤੀ ਨੇ ਕਿਹਾ ਕਿ ਅਸੀਂ ਵੀ ਇਸ ਦੇ ਜਵਾਬ ਦੇ ਵਿੱਚ ਇੱਕ ਗਾਣਾ ਬਣਾਵਾਂਗੇ, ਸਾਨੂੰ ਇਸ ਗਾਣੇ 'ਤੇ ਇਤਰਾਜ਼ ਹੈ। ਕਲੀਅਰ ਨਹੀਂ ਹੈ
ਕਿ ਕਿਹੜੇ ਟੋਪੀ ਵਾਲਿਆਂ ਦੀ ਉਹ ਗੱਲ ਕਰ ਰਿਹਾ ਤੇ ਤਿਪਕਾ ਪਾਣੀ ਦਾ ਕਿਸ ਨੂੰ ਨਹੀਂ ਦੇਣਾ। ਕੀ ਵੱਡੇ ਪੰਜਾਬ ਦੀ ਗੱਲ ਕਰ ਰਿਹਾ ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਸ਼ਾਮਲ ਹੋਵੇ, ਜਾਂ ਇਹ ਖਾਲਿਸਤਾਨ ਦੀ ਮੰਗ ਦੀ ਗੱਲ ਹੈ। ਇਸ ਗੱਲ ਬਾਰੇ ਉਹ ਕਲੈਰੀਫਿਕੇਸ਼ਨ ਚਾਹੁੰਦੇ ਨੇ ਜਾਂ ਨਹੀਂ ਚਾਹੁੰਦੇ ਨੇ, ਜਾਂ ਸ਼ੋਸ਼ਾ ਛੱਡ ਦਿੱਤਾ, ਪਰ ਛੱਡਿਆ ਜ਼ਰੂਰ ਗਿਆ ਉਹਨਾਂ ਵੱਲੋਂ। ਹੁਣ ਸਿੱਧੂ ਮੂਸੇਵਾਲਾ ਨੇ SYL ਦਾ ਜ਼ਿਕਰ ਕਰ ਦਿੱਤਾ, ਪਰਤਾਂ ਉਗੜੀਆਂ ਨੇ। ਅੱਜ ਦਾ ਯੂਥ ਇਹ ਕਹਿ ਰਿਹਾ ਕਿ ਸਾਨੂੰ ਪਤਾ ਨਹੀਂ ਸੀ ਲੱਗਣਾ ਕਿ ਬਲਵਿੰਦਰ ਸਿੰਘ ਜਟਾਣਾ ਕੌਣ ਹੈ ਬਿਲਕੁਲ, ਤੇ ਹੋਰ ਇਸ ਨਾਲ ਜੁੜੇ ਹੋਏ ਵਿਅਕਤੀ ਕੌਣ ਨੇ। SYL ਦਾ ਵੀ ਬਹੁਤਿਆਂ ਨੂੰ ਨਹੀਂ ਪਤਾ ਹੋਣਾ। SYL ਦਾ ਬਹੁਤਿਆਂ ਨੂੰ ਪਤਾ ਨਹੀਂ, ਪਰ ਚਲੋ ਪਾਣੀ ਦਾ ਮੁੱਦਾ ਜਿਹੜਾ ਸੀ, SYL ਅਦਾਲਤਾਂ ਦੀ ਕਾਰਵਾਈ ਤੇ ਸਰਕਾਰਾਂ ਦੀ ਕਾਰਵਾਈ ਦੇ ਵਿੱਚ ਇਸ ਦਾ ਜ਼ਿਕਰ ਆਉਂਦਾ ਰਹਿੰਦਾ ਸੀ। ਸੁਪਰੀਮ ਕੋਰਟ ਕਹਿੰਦੀ ਸੀ ਇਸ ਨੂੰ ਬਣਾਓ, ਪੰਜਾਬ ਵਾਲੇ ਕਹਿੰਦੇ ਸੀ ਅਸੀਂ ਨਹੀਂ ਬਣਾ ਸਕਦੇ, ਸੁਪਰੀਮ ਕੋਰਟ ਕਹਿੰਦੀ ਛੇਤੀ ਬਣਾਓ, ਆਹ ਕਰੋ ਆਹ ਕਰੋ। ਜੇ ਪੰਜਾਬ ਆਪਣਾ ਪੱਖ ਜਿਹੜਾ ਰਿਵਿਊ ਪਟੀਸ਼ਨ ਵਗੈਰਾ ਪਾਉਂਦਾ ਸੀ ਸੁਪਰੀਮ ਕੋਰਟ 'ਚ, ਉਹ ਰਿਜੈਕਟ ਕਰ ਦਿੱਤੀਆਂ ਜਾਂਦੀਆਂ ਸੀ, ਕਿਉਂਕਿ ਸਮਝੌਤਾ ਪਹਿਲਾਂ ਕਿਸੇ ਲਈ ਕਰ ਲਿਆ ਹੋਇਆ ਤੇ ਉਹ ਭਾਵੇਂ ਰੱਦ ਵੀ ਕੀਤਾ ਹੋਇਆ ਪੰਜਾਬ ਸਰਕਾਰ ਨੇ, ਪਰ ਉਹ ਕਹਿੰਦੇ ਦਿੱਲੀ ਨੂੰ ਵੀ ਚਾਹੀਦਾ, ਹਰਿਆਣੇ ਨੂੰ ਵੀ ਚਾਹੀਦਾ। ਸਤਲੁਜ ਯਮੁਨਾ ਲਿੰਕ ਦਾ ਮੁੱਦਾ ਜਿਹੜਾ ਹੈ ਉਹ ਸਾਹਮਣੇ ਇੱਕ ਵਾਰੀ ਫੇਰ ਆ ਗਿਆ। ਇੱਕ ਤਾਂ ਗਰਮੀਆਂ ਨੇ, ਗਰਮੀਆਂ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ, ਝੋਨੇ ਦੀ ਲੁਆਈ ਦਾ ਸੀਜ਼ਨ ਹੈ। ਯਾਦ ਆਉਂਦੀ ਇਹਨਾਂ ਦਿਨਾਂ ਵਿੱਚ ਬਿਜਲੀ ਦੀ ਘਾਟ, ਖਪਤ ਤੇ ਨਾਲ ਪਾਣੀ, ਨਹਿਰੀ ਪਾਣੀ, ਦਰਿਆਈ ਪਾਣੀ ਜੋ ਵੀ ਹੈ, ਉਹ ਸਭ ਦੇ ਮੁੱਦੇ ਜਿਹੜੇ ਨਿਕਲ ਕੇ ਸਾਹਮਣੇ ਆਉਂਦੇ ਨੇ। ਫਿਰ ਸਾਡੀ ਇੱਕ ਆਦਤ ਹੈ ਕਿ ਅਸੀਂ ਇੱਕ ਦੋ ਬਾਰਿਸ਼ਾਂ ਵਗੈਰਾ ਪੈ ਜਾਂਦੇ ਅਸੀਂ ਭੁੱਲ ਭੁਲਾ ਵੀ ਜਾਂਦੇ ਹਾਂ। SYL ਨੂੰ ਦੁਬਾਰਾ ਚੇਤੇ ਕਰਾ ਦਿੱਤਾ ਗਿਆ ਕਿ ਹੈ ਕੀ ਹੈ, ਬਲਵਿੰਦਰ ਸਿੰਘ ਜਟਾਣਾ ਕੌਣ ਸੀ, ਉਸਨੇ ਕੀ ਕੀਤਾ ਸੀ, ਇਸ ਦਾ ਇਤਿਹਾਸ ਨੌਜਵਾਨੀ ਜਿਹੜੀ ਪੜ੍ਹਨ ਲੱਗੀ ਹੈ ਤੇ ਸਰਚ ਕੀਤੀਆਂ ਗਈਆਂ ਉਹ ਗੱਲਾਂ ਇੰਟਰਨੈਟ 'ਤੇ ਜਿਹੜੀਆਂ ਦਹਾਕਿਆਂ ਤੋਂ ਦਬੀਆਂ ਪਈਆਂ ਸੀ। SYL ਦਾ ਮੁੱਦਾ ਜਿਹੜਾ, ਇਸ ਦੇ ਮੁੱਦੇ 'ਤੇ ਰਾਜਨੀਤਿਕ ਧਿਰਾਂ ਨੇ ਵੀ ਆਪੋ ਆਪਣੇ ਵਿਚਾਰ ਤਕਰੀਬਨ ਦੇ ਦਿੱਤੇ ਨੇ। ਜੇ ਕਿਸੇ ਨੇ ਨਹੀਂ ਦਿੱਤੇ ਅਜੇ ਤੱਕ ਤੇ ਉਹ ਹੈ ਆਮ ਆਦਮੀ ਪਾਰਟੀ। ਪ੍ਰੋਫੈਸਰ ਬਲਜਿੰਦਰ ਕੌਰ, ਜਿਨ੍ਹਾਂ ਨੂੰ ਥੋੜ੍ਹਾ ਜਿਹਾ ਨਾਰਾਜ਼ਗੀ ਸੀ ਕਿ ਮੈਨੂੰ ਮੰਤਰੀ ਨਹੀਂ ਬਣਾਇਆ ਗਿਆ ਤੇ ਉਹਨਾਂ ਨੇ ਸ਼ੇਰੋ ਸ਼ਾਇਰੀ ਇੱਧਰੋਂ ਉੱਧਰੋਂ ਥੋੜ੍ਹੀ ਜਿਹੀ ਕੀਤੀ, ਹਾਲਾਂਕਿ ਉਹਨਾਂ ਨੇ ਜ਼ਾਹਰ ਨਹੀਂ ਕੀਤਾ ਕਿ ਇਹੋ ਗੱਲ ਸੀ ਜਾਂ ਕੋਈ ਹੋਰ ਹੈ, ਪਰ ਕਮਾ ਗੱਲਾਂ ਕਰਦੇ ਸੀ। ਬਿਲਕੁਲ। ਉਹ ਕਹਿੰਦੇ ਮੈਂ ਗਾਣਾ ਸੁਣਿਆ ਨਹੀਂ ਅਜੇ ਤੇ ਮੈਂ ਕੋਈ ਜਵਾਬ ਨਹੀਂ ਦੇਣਾ ਚਾਹੁੰਦੀ। ਜਿਹੜਾ ਬੰਦਾ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਸ਼ਾਮਲ ਹੋਵੇ, ਜਿਹੜਾ ਬੰਦਾ ਪੰਜਾਬ ਦੇ ਮੁੱਦਿਆਂ ਬਾਰੇ ਮਾੜੀ ਮੋਟੀ ਗੱਲ ਕਰਨ ਵਿਧਾਨ ਸਭਾ 'ਚ ਗਿਆ ਹੋਵੇ, ਜਾਂ ਕਿਸੇ ਮੀਡੀਆ ਨਾਲ ਜੁੜਿਆ ਹੋਵੇ, ਜਾਂ ਇੱਕ ਅਖਬਾਰ ਹੀ ਦੇਖਦਾ ਹੋਵੇ, ਇੱਕ ਚੈਨਲ ਹੀ ਦੇਖਦਾ ਹੋਵੇ ਕੋਈ ਰੋਜ਼, ਸਿਆਸਤਦਾਨ ਨੂੰ ਤਾਂ ਇੰਨਾ ਕੁ ਜਿਹੜਾ ਐਕਟਿਵ ਹੋਣਾ ਚਾਹੀਦਾ ਕਿ ਉਸ ਕੋਲ ਜਾਣਕਾਰੀ ਹੋਣੀ ਚਾਹੀਦੀ ਕੀ ਹੋ ਰਿਹਾ, ਕਿੱਥੇ ਹੋ ਰਿਹਾ। ਬਿਲਕੁਲ। ਕੱਲ੍ਹ ਨੂੰ ਜੇ ਉਹਨਾਂ ਨੂੰ ਕੋਈ ਪੁੱਛੇ ਕਿ ਕਤਲ ਕੇਸ ਦੀ ਜਾਂਚ ਕਿੱਥੇ ਤੱਕ ਪਹੁੰਚ ਗਈ ਤੇ ਕੀ ਜਵਾਬ ਦੇਣਗੇ ਉਹ, ਮੈਨੂੰ ਨਹੀਂ ਪਤਾ, ਮੈਂ ਨਹੀਂ ਦੇਖੀ। ਕੁਛ ਤਾਂ ਦੱਸਣਗੇ ਨਾ ਕਿ ਉਹ ਫਲਾਣੇ ਡਿਪਾਰਟਮੈਂਟ ਕੋਲ ਆ, ਫਲਾਣੇ ਕੋਲ ਹੈ। ਚਲੋ ਉਹਨਾਂ ਦਾ ਕੰਮ ਨਹੀਂ ਹੈ, ਪਰ ਇਹ ਵੀ ਕਹਿ ਦਿੱਤਾ ਕਿ ਹੋ ਸਕਦਾ ਵੀ ਨਾਂ ਵੀ ਸੁਣਿਆ ਹੋਵੇ। ਪਰ ਕਿਸੇ ਆਮ ਆਦਮੀ ਪਾਰਟੀ ਦੇ ਵਿਅਕਤੀ ਦਾ ਅਜੇ ਤੱਕ ਕੋਈ ਬਿਆਨ ਵੀ ਤਾਂ ਨਹੀਂ ਆਇਆ ਨਾ ਇਸ ਮੁੱਦੇ 'ਤੇ। ਜੀ, ਕਾਂਗਰਸ ਵਾਲੇ ਵੀ ਬਹੁਤਾ ਖੁੱਲ੍ਹ ਕੇ ਨਹੀਂ ਬੋਲ ਰਹੇ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਦੀ ਤੇ SYL ਦੇ ਸੱਚੀ ਗੱਲ ਜਿਹੜੀ ਆ ਉਹ ਸਿੱਧੂ ਮੂਸੇਵਾਲੇ ਨੇ ਕੀਤੀ ਆ। ਪਰ ਤੁਸੀਂ ਦੇਖੋ, ਚੋਣਾਂ ਉਹਨਾਂ ਨੇ ਲੜੀਆਂ ਸੀ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾ ਕੇ। ਜੇ ਇੰਨੀ ਸਾਂਝ ਹੈ ਤਾਂ ਮਸਲਾ ਹੱਲ ਕਰਵਾਓ। ਤੁਸੀਂ ਮਨੋਹਰ ਲਾਲ ਖੱਟਰ ਜੀ ਨੂੰ ਮਿਲੋ, ਮੋਦੀ ਨੂੰ ਮਿਲੋ, ਅਮਿਤ ਸ਼ਾਹ ਨੂੰ ਮਿਲੋ, ਗੱਲ ਕਿਹੜੀ ਹੈ? ਪੰਜਾਬ ਦਾ ਪਾਣੀ ਪੂਰਾ ਕਰੋ, ਤੇ ਜੇ ਕਿਸੇ ਕੋਲ ਕੋਈ ਬਚਦਾ ਪਾਣੀ ਹੈ ਤੇ ਛੋਟੇ ਵੱਡੇ ਭਰਾਵਾਂ ਨੂੰ ਸਾਰਿਆਂ ਨੂੰ ਦੇ ਦਿਓ, ਨਹੀਂ ਦੇਣਾ ਨਾ ਦਿਓ, ਤੁਹਾਡੀ ਮਰਜ਼ੀ, ਮਸਲਾ ਤੇ ਹੱਲ ਕਰਾਓ ਨਾ, ਕਿਤੇ ਬੈਠ ਕੇ ਗੱਲ ਹੋਵੇਗੀ। ਇਸ ਤਰ੍ਹਾਂ ਇੰਨੇ ਸਾਲ ਲੰਘ ਗਏ ਨੇ ਤੇ ਹੋਰ ਕਿੰਨੇ ਕੁ ਲਗਾਉਣੇ ਨੇ। ਖੈਰ, ਰਾਜਨੀਤਿਕ ਧਿਰਾਂ ਦੇ ਵਿੱਚੋਂ ਕਾਂਗਰਸ ਵਾਲੇ ਥੋੜ੍ਹਾ ਬਹੁਤ ਬੋਲ ਰਹੇ ਨੇ, ਪਰ ਜੇ ਪਿਛਲੀ ਕਹਾਣੀ ਨੂੰ ਫਰੋਲਣ ਲੱਗ ਜਾਈਏ ਤੇ ਉਹ ਵੀ SYL ਦੇ ਮੁੱਦੇ ਤੇ ਝੂਠੇ ਪੈਂਦੇ ਹੋਏ ਨਜ਼ਰ ਆਉਣਗੇ। ਪਾਣੀਆਂ ਦੀ ਗੱਲ ਹੈ, 1988 ਦਾ ਸੀਨ ਉਹ ਪੰਜਾਬੀਆਂ ਨੂੰ ਭੁੱਲਿਆ ਨਹੀਂ ਹੋਵੇਗਾ, ਜਦੋਂ ਬਹੁਤ ਭਾਰੀ ਹੜ੍ਹ ਆਏ ਸੀ ਪੰਜਾਬ ਦੇ ਵਿੱਚ, ਤੇ ਉਹਨਾਂ ਹੜ੍ਹਾਂ ਨਾਲ ਜੋ ਨੁਕਸਾਨ ਹੋਇਆ, ਨੁਕਸਾਨ ਦਾ ਜਾਇਜ਼ਾ ਲੈਣ ਵਾਸਤੇ ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਨੂੰ ਭੇਜਿਆ ਗਿਆ ਕੇਂਦਰ ਸਰਕਾਰ ਦੀ ਟੀਮ ਵੱਲੋਂ। ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲੱਗਾ ਹੋਇਆ ਸੀ। ਉਹ ਹੈਲੀਕਾਪਟਰ ਦੌਰਾ ਕਰਕੇ ਮੁੜ ਗਿਆ, ਕਹਿੰਦੇ ਨੁਕਸਾਨ ਤੇ ਹੋਇਆ ਜੋ ਰਿਪੋਰਟ ਉਹਨਾਂ ਨੇ ਦਿੱਤੀ ਹੈ, ਪਰ ਸਿਆਲ ਆ ਰਿਹਾ, ਜੋ ਅਗਲੀਆਂ ਫਸਲਾਂ ਦੀ ਬਿਜਾਈ ਹੋਣੀ ਆ ਵਧੀਆ ਹੋਣਗੀਆਂ ਫਸਲਾਂ, ਜ਼ਮੀਨ ਦਾ ਪਾਣੀ ਦੀ ਕਮੀ ਜ਼ਮੀਨ 'ਚ ਪੂਰੀ ਹੋ ਗਈ ਆ, ਤੇ ਹਜ਼ਾਰਾਂ ਬੰਦੇ ਮਾਰੇ ਗਏ ਸੀ ਪੰਜਾਬ ਵਿੱਚ, ਲਾਸ਼ਾਂ ਨਹੀਂ ਸੀ ਲੱਭੀਆਂ, ਪਾਕਿਸਤਾਨ ਰੁੜ ਗਿਆ, ਸਮੁੰਦਰਾਂ 'ਚ ਪਹੁੰਚ ਗਏ ਹੋਣਗੇ। ਕੀ ਹੋਇਆ ਕਿਸੇ ਨੂੰ ਪਤਾ ਥੋੜ੍ਹਾ ਕੁਛ। ਸੋ ਇਹ ਹੈ ਤਰਾਸਦੀ ਸਾਡੀ। SYL ਦਾ ਮੁੱਦਾ ਉੱਠ ਪਿਆ, ਕਿਸੇ ਕੋਲ ਹੱਲ ਨਹੀਂ ਹੈ। ਹੁਣ ਕੀ ਉਸ ਨੂੰ ਕੋਈ ਬਣਾਉਣ ਦੀ ਕੋਸ਼ਿਸ਼ ਕਰੇਗਾ, ਜਾਂ ਸਿੱਧੂ ਮੂਸੇਵਾਲੇ ਦੇ ਕਹਿਣ ਦੇ ਨਾਲ ਹੀ ਜੇ ਨਾ ਹਟੇ ਟਲੇ ਤਾਂ ਮੁੜ ਬਲਵਿੰਦਰ ਜਟਾਣਾ ਆਊ,
ਕੀ ਉਸ ਤੇ ਜਿਹੜੀ ਮਾੜੀ ਮੋਟੀ ਕਾਰਵਾਈ ਹੈ ਉਹ ਰੁਕ ਜਾਵੇਗੀ? ਸੁਪਰੀਮ ਕੋਰਟ ਉਸ ਤੇ ਕੀ ਐਕਸ਼ਨ ਲੈਂਦੀ ਹੈ? ਸੁਪਰੀਮ ਕੋਰਟ ਕੋਲ ਜਦੋਂ ਮੁੱਦਾ ਪਹੁੰਚਦਾ ਤਾਂ ਸੁਪਰੀਮ ਕੋਰਟ ਕੀ ਕਹੇਗੀ ਕਿ ਨਹੀਂ, ਹਾਲਾਤ ਖਰਾਬ ਹੋਣ ਦਾ ਡਰ ਹੈ ਤੇ ਆ ਕਾਰਵਾਈ ਰੋਕ ਦਿੱਤੀ ਜਾਵੇ? ਰੁਕੀ ਤੇ ਹੋਈ ਹੈ, ਉਹ ਸਾਰੀ ਨਹੀਂ ਹੋ ਰਹੀ। ਪਰ ਮੇਰਾ ਖਿਆਲ ਹੈ ਕਿ ਅਜੇ ਜਿਹੜਾ ਸਟੇਟਸ ਕੋ ਜਿਹੜਾ ਇਹ ਬਹਾਲ ਰਹੇਗਾ, ਇਸ ਤੇ ਕੋਈ ਬਹੁਤੀ ਕਾਰਵਾਈ ਨਹੀਂ ਹੋਵੇਗੀ। ਇਹ ਠੰਡੇ ਬਸਤੇ ਵਿੱਚ ਪਿਆ ਰਹੇਗਾ ਤੇ ਉਹ ਉਜਾੜ, ਜਿਵੇਂ ਡੇਕਾਂ ਜਾਂ ਜੋ ਵੀ ਦਰਖਤ ਲੱਗੇ ਹੋਏ ਨੇ ਕਈ ਜਗ੍ਹਾ ਤੇ, ਕਿਸਾਨਾਂ ਨੂੰ ਜਦੋਂ ਅਕਾਲੀ ਸਰਕਾਰ ਨੇ ਕਿਹਾ ਸੀ ਕਿ ਇਸ ਨੂੰ ਪੂਰ ਕੇ ਆਪੋ ਆਪਣਾ ਜਿਹੜੀ ਐਕਵਾਇਰ ਕੀਤੀ ਹੋਈ ਜ਼ਮੀਨ ਹੈ ਉਹ ਖਾਲੀ ਕਰ ਲਓ, 3-3 ਕਿੱਲੇ ਵੀ ਜ਼ਮੀਨ ਕਈ ਕਿਸਾਨਾਂ ਦੀ ਜਿਹੜੀ ਆ ਉਹ ਖਾਲੀ ਕਰਵਾਈ ਗਈ। ਸੋ 5000 ਤੋਂ ਉੱਪਰ ਏਕੜ ਜਿਹੜਾ ਬੇਆਬਾਦ ਥਾਂ ਪਿਆ ਹੋਇਆ, ਇਹ ਇਸੇ ਤਰ੍ਹਾਂ ਹੀ ਅਜੇ ਰਹਿਣ ਦੀ ਉਮੀਦ ਹੈ ਤੇ ਨਹਿਰ ਬੰਦ ਰਹੇਗੀ। ਜੇ ਇਸ ਮੁੱਦੇ ਨੂੰ ਕੋਈ ਸਰਕਾਰ ਵੀ, ਕੇਂਦਰ ਜਾਂ ਕੋਈ ਹੋਰ ਕਿਸੇ ਕਿਸਮ ਦੀ ਸਰਕਾਰ, ਆਪਣੇ ਤਰੀਕੇ ਨਾਲ ਰਾਜਨੀਤਿਕ ਪੁਆਇੰਟ ਆਫ ਵਿਊ ਦੇ ਨਾਲ ਇਸ ਨੂੰ ਛੇੜਨ ਦਾ ਯਤਨ ਕਰਦੀ ਹੈ ਤੇ ਇਹ ਬਹੁਤੀ ਚੰਗੀ ਗੱਲ ਨਹੀਂ ਹੋਵੇਗੀ। ਅੱਛਾ, ਮੈਨੂੰ ਇੱਕ ਗੱਲ ਦੱਸੋ, ਪਰਸੋਂ ਤਰਕਾਲੀ ਇਹ ਗਾਣਾ ਆਉਂਦਾ SYL, ਮਿਲੀਅਨ ਫਾਲੋਅਰਸ ਨੇ ਸਿੱਧੂ ਮੂਸੇਵਾਲਾ ਦੇ। ਉਹਨਾਂ ਨੇ ਗਾਣਾ ਸੁਣਿਆ, ਫਿਰ ਉਹਨਾਂ ਨੇ SYL ਵੀ ਸਰਚ ਕੀਤਾ ਤੇ ਬਲਵਿੰਦਰ ਜਟਾਣਾ ਵੀ ਕੀਤਾ। ਜੋ ਗੂਗਲ ਨੇ ਉਹਨਾਂ ਨੂੰ ਦੱਸਿਆ ਕਿ ਉਹ ਸਹੀ ਇਨਫੋਰਮੇਸ਼ਨ ਦੱਸੀ ਹੋਊਗੀ? ਗੂਗਲ ਤੇ ਬਹੁਤੀ ਇਨਫੋਰਮੇਸ਼ਨ ਜਿਹੜੀ ਆ ਉਹ ਕਈ ਵਾਰੀ ਵਨ ਸਾਈਡਡ ਹੋ ਜਾਂਦੀ ਹੈ। ਗੂਗਲ ਦੀ ਗੱਲ ਨਹੀਂ ਹੈ, ਗੱਲ ਇੰਟਰਨੈਟ ਦੀ ਹੈ। ਜੋ ਸੋਸ਼ਲ ਮੀਡੀਆ ਤੇ ਜਾਂ ਹੋਰ ਚੀਜ਼ਾਂ ਤੇ ਜੋ ਤੁਹਾਨੂੰ ਇੰਟਰਨੈਟ ਦੇ ਜ਼ਰੀਏ ਤੁਹਾਡੇ ਕੋਲ ਆ ਰਿਹਾ ਹੈ, ਆਮ ਤੌਰ ਤੇ ਜਿਹੜੇ ਐਕਸਪਰਟ ਨੇ ਇਸ ਇਨਫੋਰਮੇਸ਼ਨ ਨੂੰ ਅਨਫਿਲਟਰਡ ਇਨਫੋਰਮੇਸ਼ਨ ਕਹਿੰਦੇ ਨੇ, ਅਣਪੁਣੀ ਹੋਈ, ਭਾਵ ਇਹ ਛਾਣੀ ਹੋਈ ਨਹੀਂ, ਇਹ ਸਹੀ ਨਹੀਂ ਹੋ ਸਕਦੀ, ਇਸ ਨੂੰ ਮੋਟੇ ਛਾਣਨਾ ਲੱਗਾ ਹੁੰਦਾ, ਇਸ ਵਿੱਚੋਂ ਗਲਤ ਗੱਲਾਂ ਘਿਰ ਜਾਂਦੀਆਂ ਨੇ, ਸਾਡੇ ਸਾਹਮਣੇ ਆ ਜਾਂਦੀਆਂ ਨੇ। ਹੁਣ ਗੱਲ ਇਹ ਹੈ ਕਿ ਇਹ ਸਾਰੀ ਸਹੀ ਹੈ ਜਾਂ ਸਾਰੀ ਗਲਤ ਹੈ, ਇਹ ਵੀ ਨਹੀਂ ਕਹਿ ਸਕਦੇ। ਕੁਝ ਫੈਕਟ ਸਹੀ ਵੀ ਨੇ। ਜੇ ਅਸੀਂ SYL ਦੇ ਮੁੱਦੇ ਦੀ ਗੱਲ ਕਰੀਏ, ਕੈਪਟਨ ਅਮਰਿੰਦਰ ਸਿੰਘ ਇਸ ਗੱਲ ਤੋਂ ਕੀ ਮੁਨਕਰ ਹੋ ਸਕਦੇ ਨੇ ਜਿਹੜਾ ਇੱਕ ਉਹਨਾਂ ਦਾ ਪੋਸਟਰ ਵਾਇਰਲ ਹੋਇਆ ਕਿ ਕਪੂਰੀ ਦੇ ਵਿੱਚ ਉਹਨਾਂ ਨੇ ਪਿੰਡ ਦੇ ਵਿੱਚ ਉਹ ਨਹਿਰ ਦੀ ਜਿਹੜੀ ਰਸਮੀ ਉਦਘਾਟਨ ਇੰਦਰਾ ਗਾਂਧੀ ਵਾਸਤੇ ਕੀਤਾ ਤੇ ਸੋਨੇ ਦੀ ਕਈ ਭੇਟ ਕੀਤੀ ਸੀ। ਉਹ ਉਸ ਦਾ ਇੱਕ ਇਨਵੀਟੇਸ਼ਨ ਜਿਹੜਾ ਹੈ ਉਹ ਦੇਖਿਆ ਜਾ ਰਿਹਾ, ਸਾਰੀ ਦੁਨੀਆ ਨੇ ਵੇਖਿਆ ਹੋਇਆ। ਉਹ ਇਨਕਾਰ ਵੀ ਨਹੀਂ ਕਰਦੇ ਤੇ ਦੂਜੇ ਪਾਸੇ ਉਹ ਮਤਾ ਪੇਸ਼ ਕਰਦੇ ਨੇ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਹੁੰਦੇ ਹੋਏ ਕਿ ਅਸੀਂ ਪਾਣੀਆਂ ਦਾ ਸਮਝੌਤਾ ਰੱਦ ਕਰ ਦਿੰਦੇ ਹਾਂ, ਅਸੀਂ ਨਹੀਂ ਮੰਨਦੇ SYL ਨੂੰ ਜਾਂ ਕਿਸੇ ਹੋਰ ਪਾਣੀ ਦੇਣ ਨੂੰ ਕਿਸੇ ਨੂੰ। ਉਹ ਦੋ ਪੱਖ ਨੇ। ਸਾਰੀਆਂ ਗੱਲਾਂ ਨੂੰ ਪੜ੍ਹਨ ਦੀ ਲੋੜ ਹੈ। ਪਰ ਇਸ ਤਰ੍ਹਾਂ ਤੁਹਾਨੂੰ ਇੱਕ ਚੀਜ਼ ਕਾਮਨ ਜ਼ਰੂਰ ਮਿਲ ਜਾਵੇਗੀ ਕਿ ਜਿੰਨੀਆਂ ਪੰਜਾਬ ਦੇ ਵਿੱਚ ਸਿਆਸੀ ਧਿਰਾਂ ਹੁਣ ਤੱਕ ਆਈਆਂ, ਇਹ ਤਾਂ ਜੇ ਨਵੀਂ ਸਰਕਾਰ ਹੈ, ਪਤਾ ਲੱਗੇਗਾ ਕਿ ਕੀ ਸਟੈਂਡ ਬਣਦਾ ਉਹਨਾਂ ਦਾ। ਜਿੰਨੀਆਂ ਹੁਣ ਤੱਕ ਆਈਆਂ SYL ਦੇ ਮੁੱਦੇ ਤੇ ਬਹੁਤਿਆਂ ਨੇ ਜਿਹੜਾ ਉਹ ਰਾਜਨੀਤੀ ਕਰਨਾ ਹੀ ਕੀਤਾ ਹੈ। ਮੁੱਦੇ ਮੂੰਹ ਵੀ ਡਿੱਗੀਆਂ ਬਿਲਕੁਲ। ਤੇ ਹੁਣ ਇਹ ਆਮ ਆਦਮੀ ਪਾਰਟੀ ਦੇ ਉੱਪਰ ਭਾਰ ਹੈ ਕਿ ਦਿੱਲੀ ਵਿੱਚ ਸਰਕਾਰ ਆਪਣੀ ਹੈ। ਜੇ ਕਹਿੰਦੇ ਨੇ ਕਿ ਹੋਰ ਕਿਤੇ ਨੂੰ ਪੰਜਾਬ ਦਾ ਪਾਣੀ ਨਹੀਂ ਦੇਣਾ ਤੇ ਦਿੱਲੀ ਵਾਲੇ ਔਖੇ ਹੋਣਗੇ, ਜੇ ਕਹਿੰਦੇ ਕਿ ਹਰਿਆਣੇ ਵਿੱਚ ਪਾਣੀ ਚਾਹੀਦਾ ਤੇ ਪੰਜਾਬ ਵਾਲੇ ਔਖੇ ਹੋਣਗੇ। ਹੁਣ ਇਹ ਬੈਲੈਂਸ ਕਿਵੇਂ ਬਣਾਉਣਗੇ ਤੇ ਉਹਨਾਂ ਨੂੰ ਬੈਲੈਂਸ ਬਣਾਉਣ ਕੌਣ ਦੇਵੇਗਾ? ਕੀ ਕੇਂਦਰ ਸਰਕਾਰ ਇਸ ਤਰ੍ਹਾਂ ਦਾ ਕੰਮ ਕਰਨ ਦੇਵੇਗੀ? ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ। ਹਰਿਆਣੇ ਵਿੱਚ BJP ਹੈ, ਦਿੱਲੀ 'ਚ ਆਮ ਆਦਮੀ ਹੈ, ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ ਹੈ। ਰੈਪੇਰੀਅਨ ਕਾਨੂੰਨ ਕੀ ਕਹਿੰਦਾ ਹੈ ਕਿ ਉਸ ਨੂੰ ਪੜ੍ਹ ਕੇ ਬੈਠ ਕੇ ਕੋਈ ਵਿਚਾਰ ਹੋਵੇਗਾ? ਇਸ ਬਾਰੇ ਕੋਈ ਪੱਕਾ ਨਹੀਂ ਹੈ। ਜਿਹੜਾ ਤੁਸੀਂ ਸਵਾਲ ਕੀਤਾ ਸੀ ਕਿ ਜਿਹੜੀ ਲੋਕਾਂ ਦੇ ਸਾਹਮਣੇ ਇਨਫੋਰਮੇਸ਼ਨ ਆ ਰਹੀ ਹੈ ਉਹ ਪੂਰਨ ਤੌਰ 'ਤੇ ਸਹੀ ਨਹੀਂ ਹੈ। ਹਾਂ, ਇਹ ਕਹਿ ਸਕਦੇ ਹਾਂ ਕਿ ਕੁਝ ਅਥੈਂਟਿਕ ਵੈਬਸਾਈਟਸ ਜਿਹੜੀਆਂ ਹੈਗੀਆਂ ਓਫੀਸ਼ੀਅਲ, ਜਿਵੇਂ ਚੰਗੀਆਂ ਨੇ ਜਿਹੜੀਆਂ, ਉਹਨਾਂ ਤੋਂ ਇਨਫੋਰਮੇਸ਼ਨ ਲਓ। ਚੰਗੇ ਅਖਬਾਰ ਜਿਹੜੇ ਨੇ, ਚੰਗੇ ਅਖਬਾਰ ਪੰਜਾਬ ਦੇ ਜਾਂ ਹੋਰ ਕੋਈ ਨੇ, ਉਹਨਾਂ ਨੂੰ ਪੜ੍ਹੋ। ਜੇ ਉਸ ਵਿੱਚ ਵਨ ਸਾਈਡਡ ਇਨਫੋਰਮੇਸ਼ਨ ਵੀ ਹੈ, ਦੂਸਰੇ ਪਾਸੇ ਇੱਕ ਹੋਰ ਹੈ, ਉਹਦਾ ਵਿਸ਼ਲੇਸ਼ਣ ਕਰਕੇ ਮੁਲਾਂਕਣ ਕਰੋ ਕਿ ਇਹਨਾਂ ਵਿੱਚੋਂ ਕੀ ਸਹੀ ਤੇ ਕੀ ਗਲਤ ਜਾਪਦਾ ਹੈ। ਫਿਰ ਤੁਹਾਨੂੰ ਐਟਲੀਸਟ ਪਤਾ ਲੱਗੇਗਾ ਕਿ ਅਸੀਂ ਕਿੱਥੇ ਖਲੋਤੇ ਹਾਂ। ਜੀ, ਇਸ ਮੁੱਦੇ ਨੂੰ ਥੋੜਾ ਜਿਹਾ ਅੱਗੇ ਵੀ ਤੋਰਦੇ ਹਾਂ, ਪਰ ਇਸ ਵੇਲੇ ਵੇਲਾ ਇੱਕ ਛੋਟੇ ਜਿਹੇ ਵਕਫੇ ਦਾ ਹੈ। ਜਲਦ ਹਾਜ਼ਰ ਹੋਣਾ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਨਾਲ ਜੁੜੇ ਹੋਏ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਗਾਣਾ ਆਇਆ SYL, ਉਸ ਤੋਂ ਬਾਅਦ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਆਉਂਦਾ, ਨਾਲ ਫਿਰ ਇੱਕ ਨਾਮ ਹੋਰ ਵੀ ਜੁੜਦਾ, ਅਜੀਤ ਸਿੰਘ ਪੂਲਾ ਦਾ। ਹੁਣ ਹਰ ਬੰਦੇ ਨੂੰ ਤਾਂ ਨਹੀਂ ਪਤਾ ਵੀ ਪੂਲਾ ਕੌਣ ਸੀਗਾ, ਤੇ ਦਰਸ਼ਕਾਂ ਨੂੰ ਮੋਟੀ-ਮੋਟੀ ਜਾਣਕਾਰੀ ਦੇ ਦਈਏ ਵੀ ਅਜੀਤ ਸਿੰਘ ਪੂਲਾ ਕੌਣ ਸੀ। ਇਹ ਗੱਲ ਤੁਸੀਂ ਠੀਕ ਆਖੀ ਹੈ ਕਿ ਮੋਟੀ-ਮੋਟੀ ਜਾਣਕਾਰੀ ਦਈਏ। ਜੇ ਸਾਰੀ ਜਾਣਕਾਰੀ ਦੇਣ ਲੱਗੀਏ ਤੇ ਇਹਦੇ ਨਾਲ ਬਹੁਤ ਉਥਲ-ਪੁਥਲ ਵੀ ਹੋਣੀ ਹੈ ਤੇ ਸਮਾਂ ਵੀ ਬਹੁਤ ਲੱਗਣਾ। ਮੋਟੀ ਜੀ ਗੱਲ ਮੈਂ ਦੱਸ ਦਿੰਦਾ
ਕਿ ਅੱਜ ਹਰਚੰਦ ਸਿੰਘ ਨਾਂ ਦੇ ਨੌਜਵਾਨ ਤੇ ਨਵਤੇਜ ਸਿੰਘ ਗੁੱਗੂ ਨਾਂ ਦੇ ਨੌਜਵਾਨ ਦਾ ਵੀ ਜ਼ਿਕਰ ਹੋ ਰਿਹਾ ਨਾਲ। ਇਹ ਉਹ ਦੋ ਸ਼ਖਸ ਨੇ, ਇੱਕ ਤੀਸਰਾ ਵੀ ਸੀ ਜਿਸ ਦਾ ਨਾਮ ਆ ਰਿਹਾ ਸੀ ਵਿੱਚ, ਕਿ ਇਹਨਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ ਕਿ ਉਹ ਅਜੀਤ ਸਿੰਘ ਪੂਲੇ ਦੇ ਕਤਲ ਕੇਸ ਦੇ ਵਿੱਚ ਉਹਨਾਂ ਨੂੰ ਬਰੀ ਕੀਤਾ ਜਾਂਦਾ, ਇਹਨਾਂ ਦਾ ਕੋਈ ਕਸੂਰ ਨਹੀਂ। ਪਰ ਅੱਜ ਉਹ ਦੂਜੇ ਪਾਸੇ ਚੈਨਲਾਂ 'ਤੇ ਬੈਠ ਕੇ ਇੰਟਰਵਿਊ ਵੀ ਦੇ ਰਹੇ ਨੇ ਕਿ ਅਸੀਂ ਇਸ ਤਰ੍ਹਾਂ ਕੀਤਾ ਸੀ, ਇਸ ਤਰ੍ਹਾਂ ਕੀਤਾ ਸੀ। ਇਹ ਬੜਾ ਸਲਿਪਰੀ ਜਿਹਾ ਮੈਟਰ ਹੈ। ਚਲੋ ਅੱਗੇ ਚੱਲਦੇ ਹਾਂ। ਅਜੀਤ ਸਿੰਘ ਪੂਲਾ ਬਾਰੇ ਕਿਸੇ ਨੂੰ ਡਾਊਟ ਨਹੀਂ, ਕੋਈ ਉਹਦੇ ਬਾਰੇ ਘੱਟ ਜਾਣਦਾ ਹੈ, ਕੋਈ ਬਹੁਤ ਜਾਣਦੇ। ਪੰਜਾਬ ਦੇ ਕਈ ਨਵੇਂ ਪੱਤਰਕਾਰ ਬਹੁਤ ਜ਼ਿਆਦਾ ਜਾਣਦੇ ਹੋਣਗੇ ਉਹਦੇ ਬਾਰੇ, ਪੁਰਾਣੇ ਸਮੇਂ ਦੇ, ਜਿਹੜੇ ਉਸ ਸਮੇਂ ਦੇ ਵਿੱਚ ਚੰਗੀ ਤਰ੍ਹਾਂ ਇਹਨਾਂ ਹਾਲਾਤਾਂ ਵਿੱਚੋਂ ਲੰਘੇ ਨੇ। ਤਰਨਾ ਦਲ ਦਾ ਆਪਣੇ ਆਪ ਨੂੰ ਉਹ ਪ੍ਰਧਾਨ ਅਖਵਾਉਂਦਾ ਸੀ, ਪਰ ਤਰਨਾ ਦਲ ਤੇ ਬੁੱਢਾ ਦਲ ਨਿਹੰਗ ਸਿੰਘਾਂ ਦੀਆਂ ਦੋ ਵੱਡੀਆਂ ਜਥੇਬੰਦੀਆਂ ਨੇ ਪੰਜਾਬ ਵਿੱਚ, ਉਹ ਦੋਵੇਂ ਇਨਕਾਰ ਕਰਦੀਆਂ ਰਹੇ ਕਿ ਸਾਡਾ ਇਸ ਵਿਅਕਤੀ ਨਾਲ ਕੋਈ ਸੰਬੰਧ ਨਹੀਂ ਹੈ, ਇਹ ਸਾਡੇ ਨਾਲ ਸੰਬੰਧਿਤ ਨਹੀਂ ਹੈ, ਇਹ ਸੱਚਾ ਨਿਹੰਗ ਨਹੀਂ ਹੈ, ਇਹ ਸਰਕਾਰੀ ਟਾਊਟ ਹੈ। ਪੁੱਠੇ ਸਿੱਧੇ ਕੰਮਾਂ ਦੇ ਵਿੱਚ ਫਿਰੌਤੀਆਂ, ਕਬਜ਼ੇ, ਜਬਰ ਜਨਾਹ, ਲੁੱਟ ਖਸੁੱਟ, ਕਤਲ, ਕੋਈ ਇਹੋ ਜਿਹਾ ਘਿਨਾਉਣਾ ਕਾਰਾ ਨਹੀਂ ਹੈ ਜਿਹੜਾ ਅਜੀਤ ਸਿੰਘ ਪੂਲੇ ਦੇ ਨਾਲ ਨਾ ਜੁੜਿਆ ਹੋਵੇ। ਉਸ ਦਾ ਇੰਨਾ ਕੋਈ ਅਸੀਂ ਦੱਸ ਸਕਦੇ ਹਾਂ ਕਿ ਬਠਿੰਡਾ ਜ਼ਿਲ੍ਹੇ ਦੇ ਵਿੱਚ ਪਿੰਡ ਹੈ ਪੂਲਾ, ਆਮ ਤੌਰ 'ਤੇ ਉਸ ਪਿੰਡ ਨੂੰ ਕਨਫਿਊਜ਼ ਕਰ ਲਿਆ ਜਾਂਦਾ ਹੈ ਕਿ ਅਜੀਤ ਸਿੰਘ ਪੂਲੇ ਦਾ ਉਹ ਪਿੰਡ ਹੋਵੇਗਾ, ਜਦ ਕਿ ਇਹ ਅਜੀਤ ਸਿੰਘ ਪੂਲੇ ਵਾਲਾ ਮਾਝੇ ਵਿੱਚ ਹੈ। ਉਹ ਪਿੰਡ ਦੇ ਵਿੱਚੋਂ ਨਿਕਲ ਕੇ ਇਸ ਦਾ ਅਸਲੀ ਨਾਂ ਜਸਵਿੰਦਰ ਸਿੰਘ ਦੱਸਿਆ ਗਿਆ, ਪਿਤਾ ਦਾ ਨਾਂ ਨਾਰ ਸਿੰਘ ਨਾਮਧਾਰੀ ਸੀ। ਹੌਲੀ ਹੌਲੀ ਇਹ ਕਾਲਜ 'ਚ ਪੜ੍ਹਦਾ, ਫਿਰ ਇਸ ਤਰ੍ਹਾਂ ਦੇ ਲੋਕਾਂ ਨਾਲ ਮਿਲ ਗਿਆ, ਰਲ ਗਿਆ, ਜੋ ਮਾਰਕੁੱਟ, ਲੜਾਈ ਪੜ੍ਹਾਈ ਵਿੱਚ ਵਿਸ਼ਵਾਸ ਰੱਖਦੇ ਸੀ। ਅਤੇ ਦੱਸਿਆ ਜਾਂਦਾ ਹੈ ਕਿ ਕਾਲਜ ਸਮੇਂ 'ਤੇ ਹੀ 14,000 ਦੇ ਰਕਮ ਬਦਲੇ ਇਸ ਨੇ ਅਤੇ ਇਸ ਦੇ ਕੋਈ ਸਾਥੀਆਂ ਨੇ ਗੋਲੀਆਂ ਚਲਾ ਦਿੱਤੀਆਂ। ਕੇਸ ਚੱਲਿਆ, ਭੁਗਤਿਆ, ਫਿਰ ਵੱਡਿਆਂ ਨਾਲ ਹੱਥ ਰਲ ਗਏ। ਵੱਡੇ ਵੱਡੇ ਪੁਲਿਸ ਅਫਸਰ ਪੰਜਾਬ ਦੇ, ਜਿਨ੍ਹਾਂ ਦੇ ਨਾਮ ਅੱਜ ਆ ਰਹੇ ਨੇ, ਅੱਜ ਵੀ ਉਹ ਗੱਦੀਆਂ 'ਤੇ ਬਿਰਾਜਮਾਨ ਨੇ, ਉਹਨਾਂ ਦੇ ਨਾਲ ਨਾਮ ਜੁੜੇ, ਕਈ ਇਸ ਦੁਨੀਆ ਵਿੱਚ ਵੀ ਨਹੀਂ। ਉਹਨਾਂ ਸਾਰਿਆਂ ਨਾਲ ਨਾਮ ਜੁੜ ਗਏ ਅਤੇ ਇੱਕ ਡਰ ਦਾ, ਅੱਤਵਾਦ ਦਾ, ਇੱਕ ਰੇਨ ਜਿਹਨੂੰ ਕਹਿ ਦਿੰਦੇ ਨਾ ਕਿ ਇੰਗਲਿਸ਼ ਦੇ ਵਿੱਚ, ਇੱਕ ਸਲਤਨਤ ਜਿਹੜੀ ਸੀ ਕਾਇਮ ਕੀਤੀ ਗਈ ਇਸ ਵਿਅਕਤੀ ਵੱਲੋਂ। ਕੋਈ ਇਸ ਦੇ ਅੱਗੇ ਕੁਸਕਦਾ ਨਹੀਂ ਸੀ, ਔਰ ਜਿੱਥੇ ਇਸ ਦਾ ਦਿਲ ਕਰਦਾ ਸੀ ਕਬਜ਼ਾ ਕਰ ਲੈਂਦਾ ਸੀ। ਸਰਕਾਰੀ ਪੁਸ਼ਤ ਪਨਾਹੀ ਇਸ ਨੂੰ ਪੂਰੀ ਤਰ੍ਹਾਂ ਹਾਸਲ ਸੀ। ਇਸ ਮਾਮਲੇ ਦੇ ਵਿੱਚ ਕਾਂਗਰਸ ਬੋਲੇਗੀ ਨਹੀਂ, ਕਿਉਂਕਿ ਉਸ ਵੇਲੇ ਸਾਰਾ ਕੰਟਰੋਲ ਇਸੇ ਪਾਰਟੀ ਕੋਲ ਸੀ। ਉਸ ਅਜੀਤ ਸਿੰਘ ਪੂਲੇ ਨੇ ਕਿਹੜੀਆਂ ਕਾਰਵਾਈਆਂ ਕੀਤੀਆਂ, ਦੱਸਿਆ ਜਾਂਦਾ ਹੈ ਕਿ ਬਲਵਿੰਦਰ ਸਿੰਘ ਜਟਾਣਾ ਦਾ ਸਾਰਾ ਟੱਬਰ ਇਸ ਨੇ ਇੱਕ ਵੱਡੇ ਪੁਲਿਸ ਅਫਸਰ ਦੇ ਕਹਿਣ 'ਤੇ ਖਤਮ ਕਰ ਦਿੱਤਾ, ਪਰ ਅਜੀਤ ਸਿੰਘ ਪੂਲੇ ਨੂੰ ਹਵਾ ਨਾ ਲੱਗੀ। ਫਿਰ ਕੁਝ ਲੋਕ ਜਿਵੇਂ ਕਹਿੰਦੇ ਨੇ ਕਿ ਕੋਈ ਨਾ ਕੋਈ ਤਾਂ ਉੱਠਦਾ ਮਰਦ ਗਮੜਾ, ਕੋਈ ਕੁਦਰਤ ਦਾ ਵੀ ਨਿਯਮ ਹੁੰਦਾ, ਔਰ ਇਸੇ ਤਰ੍ਹਾਂ ਕਰਨਲ GS ਸੰਧੂ ਉੱਠੇ। ਕਰਨਲ GS ਸੰਧੂ ਉਹ ਮਾਝਾ ਐਕਸ ਸਰਵਿਸਮੈਨ ਐਸੋਸੀਏਸ਼ਨ ਨਾਲ ਜੁੜੇ ਹੋਏ ਸਨ, ਹਿਊਮਨ ਰਾਈਟਸ ਲਈ ਵੀ ਕੰਮ ਕਰ ਰਹੇ ਸੀ। ਉਹਨਾਂ ਨੇ ਫਿਰ ਇਸ ਦੇ ਕੱਚੇ ਚਿੱਠੇ ਜਿਹੜੇ ਸੀ ਉਹ ਮੋਹਰੇ, ਜਦੋਂ ਹਾਲਾਤ ਪੰਜਾਬ ਵਿੱਚ ਥੋੜ੍ਹੇ ਸਾਜ਼ਗਾਰ ਹੋਣ ਲੱਗੇ ਅਤੇ ਇੱਕ ਮਾਹੌਲ ਇਸ ਨੇ ਸਿਰਜਿਆ ਹੋਇਆ ਸੀ, ਅਤੇ ਇਸ ਦੇ ਜਿਹੜੇ ਆਕਾ ਸਨ ਉਹ ਹੌਲੀ ਹੌਲੀ ਕਰਕੇ ਇਸ ਤੋਂ ਪੈਰ ਪਿਛਾਂਹ ਖਿੱਚਣ ਲੱਗੇ ਕਿ ਇਸ ਤੋਂ ਹੁਣ ਕਿਸ ਤਰ੍ਹਾਂ ਖਹਿੜਾ ਛੁਡਾਈਏ। ਕਮਜ਼ੋਰ ਪੈਣ ਲੱਗਾ ਥੋੜ੍ਹਾ ਜਿਹਾ, ਅਤੇ ਫਿਰ ਇਸ 'ਤੇ ਕੇਸ ਦਰਜ ਹੋਏ ਕਿ ਇਹਨੇ ਫਲਾਣੇ ਜਗ੍ਹਾ 'ਤੇ ਆਹ ਕੀਤਾ। ਬਾਈ ਨੇਮ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਨੇ ਕਿ ਇਸਨੇ ਪਰਿਵਾਰਾਂ ਦੇ ਪਰਿਵਾਰ ਖਤਮ ਕਰ ਦਿੱਤੇ, ਰਾਤੋਂ ਰਾਤ ਢਾਹ ਕੇ ਕੋਠੀਆਂ ਪੱਧਰੀਆਂ ਕਰ ਦਿੱਤੀਆਂ, ਪਰਿਵਾਰ ਸਾੜ ਦਿੱਤੇ, ਲੱਭੇ ਤੱਕ ਨਹੀਂ। ਜਿਸ ਨੂੰ ਦਿਲ ਕਰਦਾ ਸੀ ਚੁੱਕ ਕੇ ਲੈ ਜਾਂਦਾ ਸੀ। ਇਸ ਤਰ੍ਹਾਂ ਦਾ ਸਾਮਰਾਜ ਜਿਹੜਾ ਸੀ ਇਸਨੇ ਫੈਲਾਇਆ ਹੋਇਆ ਸੀ। ਅਖੀਰ ਫਿਰ ਇਹਨੂੰ ਕੁਝ ਕੇਸਾਂ ਦੇ ਵਿੱਚ ਹਵਾਲਾਤ ਦੇ ਵਿੱਚ ਡੱਕਿਆ ਜਾਂਦਾ ਹੈ। ਉੱਥੇ ਜਿਹੜੀ ਕਾਰਵਾਈ ਹੋਈ ਹੈ ਸਾਰਿਆਂ ਨੂੰ ਪਤਾ ਹੈ ਕਿ ਦੋ ਨੌਜਵਾਨਾਂ ਨੇ ਉਸ ਦੇ ਉੱਪਰ ਜਨਰੇਟਰ ਦੇ ਵਿੱਚੋਂ ਤੇਲ ਕੱਢ ਕੇ, ਜਾਂ ਜਿਵੇਂ ਵੀ ਉਹ ਕਹਾਣੀ ਉਹ ਸਾਰੀ ਉਹ ਜਾਣਦੇ ਨੇ, ਉਸ ਨੂੰ ਸਾੜ ਦਿੱਤਾ ਅਤੇ ਉਸ ਦੀ ਮੌਤ ਹੋ ਗਈ। ਪਰ ਉਸ ਦੇ ਨਾਲ ਜੁੜੇ ਹੋਏ ਲੋਕ, ਉਸ ਦੇ ਸਾਮਰਾਜ, ਉਸ ਦੁਆਰਾ ਦਿੱਤੀਆਂ ਗਈਆਂ ਤਕਲੀਫਾਂ ਅਤੇ ਉਸ ਦੇ ਜ਼ੁਲਮ ਦਾ ਸ਼ਿਕਾਰ ਲੋਕ ਅੱਜ ਵੀ ਬਹੁਤ ਸਾਰੇ ਮੌਜੂਦ ਨੇ। ਤਰਾਸਦੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਲੋਕ ਰਹੇ ਨੇ, ਔਰ ਜਥੇਬੰਦੀਆਂ ਨੂੰ ਬਦਨਾਮ ਕਰਨ ਦੇ ਵਿੱਚ ਇਸ ਵਿਅਕਤੀ ਨੇ ਕੋਈ ਕਸਰ ਪਿੱਛੇ ਨਹੀਂ ਛੱਡੀ। ਉਹ ਜਥੇਬੰਦੀਆਂ ਜਿਸ ਨੂੰ ਗੁਰੂ ਦੀਆਂ ਲਾਡਲੀਆਂ ਫੌਜਾਂ ਕਿਹਾ ਜਾਂਦਾ ਹੈ, ਇਸ ਵਿਅਕਤੀ ਨੇ ਜਿਹੜਾ ਸੀ ਨਾਮ ਉਹਨਾਂ ਦਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਸਰਕਾਰੀ ਪੁਸ਼ਤ ਪਨਾਹੀ ਜਦੋਂ ਤੁਹਾਡੇ ਕੋਲ ਹੋਵੇ ਫਿਰ ਤੁਸੀਂ ਕੁਝ ਵੀ ਕਰ ਸਕਦੇ ਹੋ। ਸਰਕਾਰੀ ਸ਼ੈ ਹੈ, ਪੰਜਾਬ ਵਿੱਚ ਹਾਲਾਤ ਖਰਾਬ ਸੀ, ਕੁਸਕਣ ਨਹੀਂ ਸੀ ਦਿੰਦਾ ਕੋਈ ਸਰਕਾਰੀ ਜੋ ਤੰਤਰ ਹੈ ਕਿਸੇ ਨੂੰ ਹੋਰ ਨੂੰ।
ਤੇ ਇਸਨੇ ਫਿਰ ਆਪਣਾ ਸਾਮਰਾਜ ਫੈਲਾਇਆ ਚਲਾਇਆ। ਅੰਤ ਵੀ ਉਸਦਾ ਇਸੇ ਤਰ੍ਹਾਂ ਹੋਇਆ। ਜਾਂਦੇ ਜਾਂਦੇ ਗੱਲ ਪੰਜਾਬ ਵਿਧਾਨ ਸਭਾ ਸੈਸ਼ਨ ਦੀ ਕਰ ਲਈਏ। ਅੱਜ ਦੂਸਰਾ ਦਿਨ ਸੀ। ਮੰਜੇ ਹੋਏ ਪੁਰਾਣੇ ਤਾਂ ਨਜ਼ਰ ਨਹੀਂ ਆਏ, ਸ਼ੇਰੋ ਸ਼ਾਇਰੀਆਂ ਵਾਲੇ ਤਾਂ ਨਹੀਂ ਉੱਥੇ ਦਿਖੇ, ਪਰ ਨਵੇਂ ਪੁਰਾਣੇ ਆਪਸ 'ਚ ਭਿੜਦੇ ਬਹੁਤ ਨਜ਼ਰ ਆਏ। ਮੋਟੇ ਸ਼ਬਦਾਂ 'ਚ ਇਹਦਾ ਵੀ ਜ਼ਿਕਰ ਕਰ ਲਈਏ, ਕਿੱਦਾਂ ਦਾ ਗਰਮਜੋਸ਼ੀ ਵਾਲਾ ਸੈਸ਼ਨ ਰਿਹਾ? ਭਗਵੰਤ ਮਾਨ ਇਸ ਵਾਰੀ ਇਸ ਸੈਸ਼ਨ ਦੇ ਵਿੱਚ ਪਹਿਲਾ ਇੱਕ ਦਿਨਾਂ ਸੈਸ਼ਨ ਸੀ, ਜਿਹੜਾ ਪਹਿਲਾ ਵਿਧਾਨ ਸਭਾ ਦਾ ਇੱਕ ਸੈਸ਼ਨ ਹੋਇਆ ਸੀ। ਇਹ ਬਜਟ ਸੈਸ਼ਨ ਹੈ ਜੀ, ਬਿਲਕੁਲ। ਇਸ ਦੀ ਕਾਰਵਾਈ ਲਾਈਵ ਦੇਖੀ ਆ ਤੇ ਦੇਖ ਰਹੇ ਨੇ ਸਾਰੇ। ਹੁਣ ਇਸ ਦੇ ਵਿੱਚ ਗਹਿਮਾ ਗਹਿਮੀ ਤੇ ਹੋਣੀ ਹੈ। ਰਾਜਪਾਲ ਦਾ ਭਾਸ਼ਣ ਹੈ, ਰਾਜਪਾਲ ਦੇ ਭਾਸ਼ਣ ਤੇ ਸਰਕਾਰ ਨੇ ਬੋਲਣਾ ਹੁੰਦਾ ਹੈ, ਉਹ ਵਾਕਆਊਟ ਕਰ ਜਾਂਦੇ ਨੇ। ਵਾਕਆਊਟ ਚਲੋ ਕੋਣ ਨਹੀਂ ਦਿੱਤਾ ਬਹੁਤਾ ਸਾਨੂੰ ਜੀ। ਹੁਣ ਇੱਥੇ ਜਿਹੜਾ ਸਰਕਾਰ ਜੋ ਕਹਿ ਰਹੀ ਕਿ ਅਸੀਂ ਕੁਝ ਗੱਲਾਂ ਦੀਆਂ ਪ੍ਰਾਪਤੀਆਂ ਜਿਹੜੀਆਂ ਕੀਤੀਆਂ ਨੇ ਕਿ ਸਿੱਖਿਆ ਦੇ ਮਾਮਲੇ ਵਿੱਚ ਅਸੀਂ ਅਸਲੀ ਨੰਬਰ 1 ਬਣਾਂਗੇ। ਭਗਵੰਤ ਮਾਨ ਨੇ ਕਿਹਾ ਜਿਹੜਾ ਨੰਬਰ 1 ਤੁਸੀਂ ਲੈ ਕੇ ਬੈਠੇ ਹੋ, ਜਿਹੜੀ ਰੈਂਕਿੰਗ ਆ ਉਹ ਝੂਠੀ ਆ, ਉਹ ਨਕਲੀ ਹੈ, ਫਰਜ਼ੀ ਹੈ। ਸਕੂਲਾਂ ਨੂੰ ਰੰਗ ਕਰਕੇ ਕੋਈ ਜਿਹੜਾ ਨੰਬਰ 1 ਨਹੀਂ ਬਣ ਜਾਂਦਾ। ਤੇ ਪ੍ਰਤਾਪ ਸਿੰਘ ਬਾਜਵਾ ਤਕਰੀਬਨ ਉਹਨਾਂ ਨੂੰ ਸਮਝਾਉਂਦੇ ਹੋਏ ਨਜ਼ਰ ਆਏ ਕਿ ਇਸ ਤਰ੍ਹਾਂ ਨਹੀਂ ਕਰੀਦਾ, ਜਿਹੜੀ ਗੱਲ ਹੋਵੇ ਉਹ ਮੰਨ ਲੈਣੀ ਚਾਹੀਦੀ, ਕਿਸੇ ਨੇ ਚੰਗਾ ਕੰਮ ਕੀਤਾ ਹੋਵੇ ਤਾਂ। ਤੇ ਚਲੋ ਇਹ ਹੁਣ ਭਗਵੰਤ ਮਾਨ ਜਾਣਨ ਕਿ ਚੰਗਾ ਕੀ ਤੇ ਮਾੜਾ ਕੀ, ਤੇ ਪੰਜਾਬ ਦੇ ਲੋਕਾਂ ਨੇ ਵੀ ਦੱਸਣਾ। ਪਰ ਸਕੂਲਾਂ ਦੇ ਅਧਿਆਪਕਾਂ ਵਾਸਤੇ ਉਹਨਾਂ ਨੇ ਇੱਕ ਐਲਾਨ ਕੀਤਾ ਕਿ ਸਕੂਲਾਂ ਦੇ ਅਧਿਆਪਕਾਂ ਤੋਂ ਰਾਏਸ਼ੁਮਾਰੀ, ਮਰਦਮਸ਼ੁਮਾਰੀ ਜਾਂ ਕੋਈ ਕੋਵਿਡ ਜਾਂ ਹੋਰ ਦੂਜੀ ਤੀਜੀ ਇਸ ਤਰ੍ਹਾਂ ਦੇ ਕੰਮ ਨਹੀਂ ਲਏ ਜਾਣਗੇ। ਉਹਨਾਂ ਲਈ ਸਿਰਫ ਟੀਚਿੰਗ ਦਾ ਕਿੱਤਾ ਹੋਵੇਗਾ। ਵੋਟਾਂ ਦਾ ਨਾਮ ਨਹੀਂ ਲਿਆ ਗਿਆ, ਸ਼ਾਇਦ ਉੱਥੇ ਉਹਨਾਂ ਨੂੰ ਜ਼ਰੂਰ ਲਾਤਾ ਜਾਵੇਗਾ ਐਂਡ ਤੇ ਜਾ ਕੇ। ਹੁਣ ਸਿਰਫ ਪੜ੍ਹਾਉਣਗੇ ਅਧਿਆਪਕ। ਨਾਲ ਦੀ ਨਾਲ ਰੇਤ ਦੀਆਂ ਖੱਡਾਂ ਦੇ ਬਾਰੇ ਜਾਣਕਾਰੀ ਦਿੱਤੀ ਕਿ ਮੈਪਿੰਗ ਹੋ ਰਹੀ ਆ। ਇੱਕ ਡਿਜੀਟਲ ਸੋਲੂਸ਼ਨਜ਼, ਡਿਜੀਟਲ ਗਲੋਬਲ ਪੋਜੀਸ਼ਨਿੰਗ ਇੱਕ ਕੰਪਨੀ ਹੈ, ਉਸ ਦੇ ਜ਼ਰੀਏ ਉਹ ਸੈਟੇਲਾਈਟ ਦੇ ਜ਼ਰੀਏ ਇਸ ਦੇ ਨਕਸ਼ੇ ਤਿਆਰ ਕਰ ਰਹੀ ਹੈ ਖੱਡਾਂ ਦੇ। ਹੁਸ਼ਿਆਰਪੁਰ ਜ਼ਿਲ੍ਹਾ ਤੇ 1-2 ਹੋਰ ਜ਼ਿਲ੍ਹਿਆਂ ਦੇ ਹੋ ਚੁੱਕੇ ਨੇ, ਬਾਕੀ ਕਰਨੇ ਨੇ ਤੇ ਜਲਦੀ ਕੰਮ ਸ਼ੁਰੂ ਹੋ ਜਾਵੇਗਾ ਤੇ ਰੇਤ ਦੇ ਰੇਟ ਜਿਹੜੇ ਨੇ ਫਿਕਸ ਹੋਣਗੇ ਤੇ ਉਸ ਤਰ੍ਹਾਂ ਮਿਲੇਗਾ। ਐਕਸਾਈਜ਼ ਪਾਲਿਸੀ ਵੀ ਆ ਰਹੀ ਹੈ। ਟਰਾਂਸਪੋਰਟ ਨੀਤੀ ਤੇ ਆਪਣੇ ਉਹਨਾਂ ਨੇ ਮਾਰਕਾ ਗਣਾਇਆ ਕਿ ਦਿੱਲੀ ਨੂੰ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਸੇਵਾ, ਤੇ ਕੁਝ ਘਪਲਿਆਂ ਦਾ ਪਰਦਾਫਾਸ਼ ਕਰਨ ਦਾ ਯਤਨ ਕਰਾਂਗੇ। ਤੇ ਨਾਲ ਦੀ ਨਾਲ ਇੱਕ ਸਾਡੇ ਟਰਾਂਸਪੋਰਟਰ ਜਿਹੜੇ ਨੇ ਤੇ MLA ਵੀ ਬਣੇ ਨੇ, ਉਹਨਾਂ ਨੇ ਇਤਰਾਜ਼ ਪ੍ਰਗਟ ਕੀਤਾ ਕਿ ਤੁਸੀਂ ਪ੍ਰਾਈਵੇਟ ਨੂੰ ਟਰਾਂਸਪੋਰਟ ਮਾਫੀਆ ਕਹਿ ਰਹੇ ਹੋ। ਇੱਕ ਪਰਿਵਾਰ ਨੂੰ ਕਹਿ ਸਕਦੇ ਹੋ, ਇੱਕ ਅੱਧੇ ਨੂੰ ਹੋਰ ਨੂੰ ਕਹਿ ਸਕਦੇ ਹੋ, ਸਾਰੇ ਟਰਾਂਸਪੋਰਟ ਵਾਲੇ ਮਾਫੀਆ ਨਹੀਂ ਹੁੰਦੇ, ਚੰਗੇ ਬੰਦੇ ਵੀ ਹੈਗੇ ਨੇ। ਖੈਰ ਉਹਨਾਂ ਦਾ ਵੀ ਵੈਲਿਡ ਪੁਆਇੰਟ ਆ। ਮਾਫੀਆ ਦਾ ਲਫ਼ਜ਼ ਤੇ ਇਸ ਤਰ੍ਹਾਂ ਘਰ ਘਰ ਹੋ ਗਿਆ ਹੈ ਕਿ ਹਰ ਚੀਜ਼ ਨਾਲ ਕੇਬਲ ਮਾਫੀਆ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਪਤਾ ਨਹੀਂ ਕਿਹੜਾ ਕਿਹੜਾ ਮਾਫੀਆ ਇੱਥੇ ਜੁੜਿਆ ਹੋਇਆ। ਸੋ ਸਰਕਾਰ ਨੇ ਆਪਣੀਆਂ ਪ੍ਰਾਪਤੀਆਂ ਗਣਾਈਆਂ ਨੇ, ਵਿਰੋਧੀ ਧਿਰ ਥੋੜ੍ਹਾ ਜਿਹਾ ਉਹਨਾਂ ਨੂੰ ਘੇਰ ਰਹੇ ਨੇ, ਪਰ ਸਰਕਾਰ ਅਜੇ ਪਕੜਾਈ ਨਹੀਂ ਦੇ ਰਹੀ। ਜਿਹੜੇ 2-4 ਮੁੱਦੇ ਨੇ ਜਿਹੜੇ ਸਰਕਾਰ ਨੇ ਹੁਣ ਤੱਕ, ਉਹਨਾਂ ਕਿਹਾ ਕਿ ਇੱਕ ਵਿਧਾਇਕ ਇੱਕ ਪੈਨਸ਼ਨ ਵਾਲਾ, ਰਾਜਪਾਲ ਨੇ ਬਿੱਲ ਵਾਪਸ ਕਰਤਾ। ਬਿੱਲ ਨਹੀਂ ਸੀ, ਉਹਨਾਂ ਨੇ ਕਾਨੂੰਨ ਵਾਪਸ ਕਰਤਾ ਕਿ ਜੀ ਉਹਨੂੰ ਜਿਹੜਾ ਹੈ ਉਹ ਵਿਧਾਨ ਸਭਾ ਵਿੱਚ ਪੇਸ਼ ਕਰੋ ਤੇ ਫਿਰ ਇਹਨੂੰ ਪਾਸ ਕਰਾਂਗੇ। ਉਹ ਹੋ ਜਾਵੇਗਾ ਜਲਦੀ ਸਿਟਿੰਗ ਦੇ ਵਿੱਚ। ਵਾਈਟ ਪੇਪਰ ਜਾਰੀ ਕਰ ਰਹੀ ਹੈ ਪੰਜਾਬ ਸਰਕਾਰ ਕਿ ਪੰਜਾਬ ਦੇ ਵਿੱਚ ਕਿਵੇਂ ਕਿੱਥੇ ਕੀ ਹੋਇਆ ਤੇ ਪੈਸੇ ਕਿਵੇਂ ਖਰਚੇ ਜਾਣੇ ਨੇ। ਉਹ ਵੀ ਇੰਟਰਸਟਿੰਗ ਹੋਵੇਗਾ, ਪਰ ਕੌਣ ਡਿਟੇਲ ਨਾਲ ਪੜ੍ਹੇਗਾ, ਕੌਣ ਉਸ ਦੀ ਖੋਜ ਕੱਢੇਗਾ, ਇਹ ਵੀ ਪਤਾ ਲੱਗੇਗਾ। ਪੰਜਾਬ ਦੇ ਖਜ਼ਾਨੇ ਦੇ ਹਾਲਾਤਾਂ ਬਾਰੇ ਵੀ ਜਾਣਕਾਰੀ ਸਰਕਾਰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਬਜਟ ਜਲਦੀ ਪੇਸ਼ ਹੋਵੇਗਾ ਤੇ ਫਿਰ ਅਸਲੀ ਸ਼ੁਰਲੀਆਂ ਬਾਅਦ ਵਿੱਚ ਚੱਲਣਗੀਆਂ। ਅਜੇ ਤੇ ਮੈਨੂੰ ਲੱਗਦਾ ਕਿ ਜ਼ਿਆਦਾ ਪਿਆਰ ਪ੍ਰੇਮ ਵਾਲੀਆਂ ਗੱਲਾਂ ਹੋਈਆਂ ਨੇ। ਹਾਂ, ਅਜੇ ਤੇ ਇਹ ਵੀ ਹੈ ਕਿ ਵਿਧਾਨ ਸਭਾ ਦੀ ਕਾਰਵਾਈ ਦਾ ਜਿਹੜਾ ਤਰੀਕਾ ਹੈ ਨਾ, ਉਹ ਸਮਝਾਉਣ ਦਾ ਯਤਨ ਚੱਲ ਰਿਹਾ ਕਿ ਨਹੀਂ ਇੱਦਾਂ ਨਹੀਂ ਹੁੰਦੀ, ਇਸ ਤਰ੍ਹਾਂ ਵੀ ਹੁੰਦੀ ਹੈ। ਮਨਪ੍ਰੀਤ ਜਾਲੀ ਕਹਿ ਰਹੇ ਸੀ ਸਰਕਾਰਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਅਸੀਂ ਤੁਹਾਡੀ ਚੰਗੇ ਕੰਮ ਦੇ ਵਿੱਚ ਤੁਹਾਡੀ ਮਦਦ ਕਰਾਂਗੇ, ਤੁਸੀਂ ਵੀ ਸਾਡੀ ਗੱਲ ਸੁਣੋ। ਪਹਿਲੇ ਦਿਨ ਤੇ ਰੌਲਾ ਇਸ ਗੱਲ ਦਾ ਪੈ ਗਿਆ ਕਿ ਸਮਾਂ ਜਿਹੜਾ ਹੈ ਉਹ ਸਹੀ ਨਹੀਂ ਦਿੱਤਾ ਗਿਆ। ਖੈਰ ਸਪੀਕਰ ਨੇ ਇਹ ਕਲੀਅਰ ਕੀਤਾ ਕਿ ਅਸੀਂ ਸਮਾਂ ਜਿਹੜਾ ਦਿੰਦੇ ਆ ਉਹ ਸੀਟਾਂ ਦੀ ਗਿਣਤੀ ਦੇ ਹਿਸਾਬ ਨਾਲ ਦਿੰਦੇ ਆ। ਪਰ ਚਲੋ ਮੇਰਾ ਖਿਆਲ ਹੈ ਕਿ ਇਹ ਪੰਜਾਬ ਹੈ, ਕੁਝ ਵੱਖਰਾ ਕਰਨ ਵਿੱਚ ਕੋਈ ਹਰਜ ਨਹੀਂ, ਕੋਈ ਹਾਰਡ ਐਂਡ ਫਾਸਟ ਰੂਲ ਵੀ ਨਹੀਂ ਹੋਣਾ ਚਾਹੀਦਾ। ਜੇ ਕੋਈ ਪੰਜਾਬ ਦੇ ਹਿੱਤ ਦੀ ਕੋਈ ਗੱਲ ਕਰ ਰਿਹਾ ਤੇ ਸਮਾਂ ਦੇ ਵੀ ਦੇਣਾ ਚਾਹੀਦਾ। ਬਿਲਕੁਲ, ਜੇ ਆਪਣੀਆਂ ਹੀ ਗੱਲਾਂ ਕਰਦੇ ਜਾਣਗੇ ਆਮ ਆਦਮੀ ਪਾਰਟੀ ਵਾਲੇ ਤੇ ਦੂਜੇ ਪਾਸੇ ਕਿਸੇ ਦੀ ਸੁਣਨਗੇ ਨਹੀਂ ਤੇ ਬਿਹਤਰੀ ਕਿਵੇਂ ਹੋਵੇਗੀ। ਖੈਰ 3-4 ਜਿਹੜੇ ਨਾਮ ਚਮਕੇ ਨੇ, ਇਹਨਾਂ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ, ਸੁਖਪਾਲ ਸਿੰਘ ਖਹਿਰਾ ਨੇ, ਇਹ ਕਾਂਗਰਸ ਵੱਲੋਂ ਇਹਨਾਂ ਨੇ ਸਵਾਲ ਜਵਾਬ ਕੀਤੇ ਨੇ। ਕੁਝ ਜਿਹੜੇ ਨੇ ਹੋਰ ਵੀ ਵਿਧਾਇਕ ਬੋਲੇ ਨੇ, ਪਰ ਓਵਰਆਲ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ, ਲਾਲਜੀਤ ਭੁੱਲਰ ਤੇ ਹੋਰ ਕਈ ਮੰਤਰੀ ਜਿਹੜੇ ਨੇ ਉਹ ਛਾਏ ਰਹੇ ਨੇ ਤੇ ਗੱਲਾਂ ਬਾਤਾਂ ਅਜੇ ਚੱਲ ਰਹੀਆਂ ਨੇ। ਇੱਕ ਮੈਂ ਜਿਹੜੀ ਗੱਲ ਹੈ ਸ਼ਾਇਦ ਮੈਂ ਮਿਸ ਕਰ ਗਿਆ ਹੋਵਾਂ, ਜਿਹੜੇ ਪਿਛਲੇ ਸੈਸ਼ਨ ਦੇ ਵਿੱਚ ਜਿਹੜੇ 1-2 ਵਿਧਾਇਕਾਂ ਨੇ ਜਿਨ੍ਹਾਂ ਨੇ ਥੋੜ੍ਹਾ ਜਿਹਾ ਜਵਾਬ ਤਿੱਖਾ ਜਿਹਾ ਲੈ ਲਿਆ ਸੀ ਭਗਵੰਤ ਮਾਨ ਕੋਲੋਂ, ਉਹ ਅਜੇ ਤੱਕ ਮੈਨੂੰ ਰੜਕੇ ਨਹੀਂ। ਇੱਕ ਹੋਰ ਗੱਲ, ਸਰਕਾਰ ਨੇ ਇਹ ਗੱਲ ਕੀਤੀ ਹੈ ਵਿਧਾਨ ਸਭਾ ਦੇ ਵਿੱਚ ਕਿ ਪ੍ਰਾਈਵੇਟ ਖੰਡ ਮਿੱਲਾਂ ਜਿਹੜੀਆਂ ਗੰਨਾ ਦੀ
ਕਿਸਾਨਾਂ ਦੀ ਪੇਮੈਂਟ ਡੱਕ ਕੇ ਬੈਠੀਆਂ ਨੇ, ਉਹਨਾਂ ਦੀ ਜਾਇਦਾਦ ਜ਼ਬਤ ਕਰਕੇ ਕਿਸਾਨਾਂ ਨੂੰ ਪੇਮੈਂਟ ਦੇਵਾਂਗੇ ਟਾਈਮ ਸਿਰ। ਗੱਲ ਚੰਗੀ ਹੈ, ਕਿਸਾਨ ਨੂੰ ਪੇਮੈਂਟ ਮਿਲਣੀ ਚਾਹੀਦੀ ਹੈ। ਜ਼ਬਤ ਕਰਕੇ ਦਿਓ, ਮਾਹ ਮਰੋੜ ਕੇ ਦਿਓ, ਜਿਵੇਂ ਮਰਜ਼ੀ ਦਿਓ, ਕਿਸਾਨ ਦੀ ਪੇਮੈਂਟ ਕਿਸਾਨ ਕੋਲ ਛੇਤੀ ਜਾਵੇ। ਕਿਸਾਨ ਔਖਾ ਹੈ। ਬਾਜਵਾ ਸਾਹਿਬ ਕਹਿੰਦੇ ਧੌਣ ਤੇ ਗੋਡਾ ਰੱਖ ਕੇ ਦਿਓ। ਪਰ ਗੱਲ ਇੱਕ ਹੈ, ਉਹ ਬਾਜਵਾ ਸਾਹਿਬ ਵੀ ਕਹਿ ਦੇਣ, ਸਹਿਕਾਰਤਾ ਮੰਤਰੀ ਪਹਿਲੇ ਵੀ ਉੱਥੇ ਬੈਠੇ ਹੋਏ ਸੀ, ਉਹਨਾਂ ਨੂੰ ਪੁੱਛੋ ਪ੍ਰਾਈਵੇਟ ਕੋਲੋਂ ਤੇ ਤੁਸੀਂ ਲੈ ਦਿਓਗੇ, ਸਹਿਕਾਰੀ ਮਿਲਣਾ ਜਿਹੜੇ ਪੈਸਾ ਸਰਕਾਰ ਨੇ ਦੇਣਾ ਹੁੰਦਾ ਹੈ, ਉਹ 6-6 ਮਹੀਨਿਆਂ ਤੋਂ ਡੱਕ ਕੇ ਬੈਠੇ ਨੇ, ਉੱਥੇ ਕਿਹਦੀ ਧੌਣ ਤੇ ਗੋਡਾ ਰੱਖਣਾ? ਉਹਦਾ ਜਵਾਬ ਹੈ ਕੋਈ? ਮੈਂ ਤੁਹਾਨੂੰ ਦਿਖਾ ਸਕਦਾ ਸਹਿਕਾਰੀ ਮਿੱਲਾਂ ਦੇ ਹਾਲਾਤ, ਜਿਹੜੀਆਂ ਇੰਨੇ ਲੰਬੇ ਸਮੇਂ ਤੋਂ ਕਿਸਾਨਾਂ ਦਾ ਪੈਸਾ ਡੱਕ ਕੇ ਬੈਠੀਆਂ ਹੋਈਆਂ, ਔਰ ਸਰਕਾਰੀ ਤੰਤਰ ਜਵਾਬ ਨਹੀਂ ਦੇ ਰਿਹਾ। ਇਸ ਗੱਲ ਦਾ ਜਵਾਬ ਨਹੀਂ ਹੈ। ਪਰ ਇੱਕ ਗੱਲ ਹੈ ਕਿ ਸਰਕਾਰ ਪੇਮੈਂਟਾਂ ਦੇਣ ਦੇ ਮਾਮਲੇ ਵਿੱਚ ਥੋੜ੍ਹਾ ਜਿਹਾ ਤਿੱਖੀ ਹੋਈ ਹੈ। 35 ਰੁਪਏ ਜਿਹੜੇ ਕਿਸਾਨਾਂ ਨੂੰ ਆਪਣੇ ਹਿੱਸੇ ਦੇ ਪ੍ਰਤੀ ਕੁਇੰਟਲ ਦੇ ਦੇਣੇ ਸੀ, ਉਹ ਕਾਫੀ ਕਲੀਅਰ ਕੀਤੇ ਜਾ ਰਹੇ ਨੇ। ਪ੍ਰਾਈਵੇਟ ਮਿੱਲਾਂ ਤੇ ਸਹਿਕਾਰੀ ਮਿੱਲਾਂ ਇਹ ਇਸ ਤਰ੍ਹਾਂ ਨਾ ਕਹਿਣ ਕਿ ਪ੍ਰਾਈਵੇਟ ਦੇ ਧੌਣ ਤੇ ਜਾਂ ਗੋਡਾ ਰੱਖ ਕੇ ਜਾਂ ਉਹਨਾਂ ਤੋਂ ਜ਼ਬਤ ਕਰਕੇ ਦੇਵਾਂਗੇ। ਸਹਿਕਾਰੀ ਦੇ ਵੀ ਦਿਓ, ਪ੍ਰਾਈਵੇਟ ਦੇ ਵੀ ਦਿਓ। ਅਸੀਂ ਤੁਹਾਡੀ ਆਮਦਨ ਨੂੰ ਕੀ ਕਰਨਾ? ਸਾਨੂੰ ਰੇਤਾ ਚੋਂ ਇੰਨੀ ਹੋ ਗਈ, ਸ਼ਰਾਬ ਤੋਂ ਇੰਨੀ ਹੋ ਗਈ, ਟਰਾਂਸਪੋਰਟ ਚੋਂ ਇੰਨੀ ਹੋ ਗਈ, ਦਿਓ ਫਿਰ ਪੈਸੇ ਜਿਹੜੇ ਦੇਣ ਵਾਲੇ ਨੇ। ਹੋਰਨਾਂ ਕੰਮਾਂ ਤੇ ਐਡਵਰਟਾਈਜ਼ਮੈਂਟ ਤੇ ਬਾਅਦ ਵਿੱਚ ਖਰਚ ਲਿਓ। ਮੀਡੀਆ ਰਿਪੋਰਟਸ ਕਹਿੰਦੀਆਂ ਨੇ ਕਿ ਵਿਰੋਧੀ ਧਿਰ ਇੱਕ ਬੜੀ ਸਿਆਣੀ ਗੱਲ ਸੱਤਾਧਾਰੀ ਦੇ ਕੰਨ 'ਚ ਪਾ ਗਏ ਨੇ। ਉਹ ਕਹਿੰਦੇ ਨੇ ਕਿ ਸਾਡੇ 'ਚ ਕਮੀਆਂ ਸੀ ਤੇ ਅਸੀਂ 18 ਰਹਿ ਗਏ, ਤੇ ਦੂਜੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੇ ਉਹ ਕਹਿੰਦੇ ਅਸੀਂ 3 ਰਹਿ ਗਏ। ਪਤਾ ਨਹੀਂ ਕੀ ਸਮਝਾਉਣਾ ਚਾਹੁੰਦੇ ਸੀ। ਖੈਰ, ਪ੍ਰੋਗਰਾਮ ਦਾ ਵਕਤ ਤੇ ਖਤਮ ਹੁੰਦਾ ਹੈ ਤੇ ਅਸੀਂ ਲੈਂਦੇ ਹਾਂ ਦਰਸ਼ਕਾਂ ਕੋਲ ਵਿਦਾ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਟੂਡੀਓ 'ਚ ਆਏ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹਾਂ ਤੇ ਅਸੀਂ ਸੋਮਵਾਰ ਨੂੰ ਫਿਰ ਨਵੇਂ ਮੁੱਦਿਆਂ ਦੇ ਨਾਲ ਹਾਜ਼ਰੀ ਭਰਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।